ਵੈਲਕਮ ਟੂ ਬਾਲਾ ਐਜੂਕੇਸ਼ਨ ਪੁਆਇੰਟ। ਬਾਲਾ ਐਜੂਕੇਸ਼ਨ ਪੁਆਇੰਟ ਤੇ ਮੈਂ ਤੁਹਾਡਾ ਸਭ ਦਾ ਸਵਾਗਤ ਕਰਦਾ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ, ਪੰਜਾਬ ਗੌਰਮੈਂਟ ਕੰਨੀ ਤੋਂ ਸਕੂਲ ਟੀਚਰਸ ਦੀਆਂ ਟੂ ਗੌਰਮੈਂਟ ਸਕੂਲ ਦੇ ਲੈਕਚਰਰ ਦੀਆਂ ਵੈਕੈਂਸੀਜ਼ ਆਊਟ ਹੋਈਆਂ ਸੀ, ਜਿਸ ਦੇ ਵਿੱਚ ਕਮਰਸ ਦੀਆਂ ਟੋਟਲ ਵੈਕੈਂਸੀਜ਼ ਐਜ਼ ਪਰ ਦ ਜਰਨਲ 14 ਵੈਕੈਂਸੀਜ਼ ਆਊਟ ਹੋਈਆਂ ਸੀਗੀਆਂ ਕਮਰਸ ਬੇਸ 'ਤੇ। ਸਾਡਾ ਇਹ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰਨ ਜਾ ਰਿਹਾ ਕਮਰਸ ਬੇਸ ਦੇ ਵਿੱਚ ਟੈਸਟ ਸੀਰੀਜ਼ ਦੀ ਟੂ ਸੇ MCQ ਸੀਰੀਜ਼ ਦੀ ਜੋ ਇੱਕ ਸੀਰੀਜ਼ ਚੱਲਦੀ ਆ ਰਹੀ ਹੈ YouTube ਚੈਨਲ 'ਤੇ ਬਾਲਾ ਐਜੂਕੇਸ਼ਨ ਪੁਆਇੰਟ 'ਤੇ ਤੁਹਾਡੀਆਂ 5 ਔਰ 6 ਵੀਡੀਓਜ਼ ਟੋਟਲੀ ਪੈ ਚੁੱਕੀਆਂ ਨੇ ਅਕਾਊਂਟਸ ਬੇਸ 'ਤੇ। ਅੱਜ ਅਕਾਊਂਟਸ ਦੇ ਨਾਲ ਉਹਦਾ ਮਿਲਦਾ ਜੁਲਦਾ ਪੁਆਇੰਟ ਹੈ ਜੋ ਆਲਰੇਡੀ ਪਿਛਲੇ ਵੀਡੀਓ ਲੈਕਚਰ ਦੇ ਅਕੋਰਡਿੰਗ ਸੀ, ਪਾਰਟਨਰਸ਼ਿਪ ਅਕਾਊਂਟਸ ਦਾ। ਉਹ ਮਤਲਬ ਕਿ ਪਾਰਟਨਰਸ਼ਿਪ ਦੇ ਰਿਲੇਟਿਡ ਕੁਝ ਬੇਸਿਕ ਚੀਜ਼ਾਂ ਆਪਣੇ ਲਾਸਟ ਵੀਡੀਓ 'ਚ ਕਵਰ ਕੀਤੀਆਂ ਸੀ। आज थोड़ा डीपली करांगे, ਇਹਦੇ ਨਾਲ ਮਿਲਦੇ ਜੁਲਦੇ ਤੇ ਨੂਮੈਰੀਕਲ ਕੁਐਸਚਨ ਵੀ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ। ਠੀਕ ਹੈ ਜੀ। ਇਸ ਦੂਸਰੀ ਗੱਲ, ਇਸ ਵੀਡੀਓਜ਼ ਦੇ ਨੀਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਸਾਡਾ WhatsApp ਇੱਕ ਕਮਰਸ ਬੇਸਡ ਸਟੂਡੈਂਟਸ ਦਾ WhatsApp ਗਰੁੱਪ ਚੱਲ ਰਿਹਾ ਹੈ। ਠੀਕ ਹੈ, ਜਿਹਦੇ ਵਿੱਚ ਅਗਰ ਕੋਈ ਇੰਟਰਸਟਿਡ ਹੈ ਤਾਂ ਤੁਸੀਂ WhatsApp ਗਰੁੱਪ ਨੂੰ ਜੁਆਇਨ ਕਰ ਸਕਦੇ ਹੋ। ਡਿਸਕ੍ਰਿਪਸ਼ਨ ਬਾਕਸ ਦੇ ਨੀਚੇ ਤੁਹਾਨੂੰ WhatsApp ਗਰੁੱਪ ਦਾ ਲਿੰਕ ਮਿਲ ਜਾਏਗਾ। ਉਸ ਦਾ ਫਿਰ ਵੀ ਅਗਰ ਤੁਹਾਨੂੰ ਪ੍ਰੋਬਲਮ ਆ ਰਹੀ ਹੈ, ਤੁਸੀਂ ਨਹੀਂ ਜੁਆਇਨ ਹੋ ਪਾ ਰਹੇ ਹੋ ਜਾਂ ਤੁਹਾਨੂੰ ਕੁਝ ਕਨਫਿਊਜ਼ਨ ਹੈ ਜਾਂ ਤੁਸੀਂ ਕੁਝ ਕਲੈਰੀਫਾਈ ਕਰਨਾ ਚਾਹੁੰਦੇ ਹੋ, ਤਾਂ ਫਿਰ ਵੀ ਤੁਸੀਂ ਬਾਲਾ ਐਜੂਕੇਸ਼ਨ ਪੁਆਇੰਟ ਦੇ ਇਸ ਕੰਟੈਕਟ ਨੰਬਰ 'ਤੇ ਆ ਕੇ ਮਤਲਬ ਅਗਰ ਕੋਈ ਵੀ ਡਾਊਟ ਹੈ ਜਾਂ ਕੁਝ ਕਲੈਰੀਫਿਕੇਸ਼ਨ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ। ਦੀ ਕੰਟੈਕਟ ਨੰਬਰ ਇਜ਼ 9646810103। ਠੀਕ ਹੈ ਜੀ। ਆਓ ਤੁਹਾਡੇ ਸਾਹਮਣੇ ਅੱਜ 6ਵੀਂ ਵੀਡੀਓ ਲੈ ਕੇ ਆਇਆ ਪਾਰਟਨਰਸ਼ਿਪ ਬੇਸ 'ਤੇ, ਜਿਹਦਾ ਫਸਟ ਕੁਐਸਚਨ ਇਹੀ ਹੈ ਕਿ ਕਹਿੰਦਾ ਕੀ ਹੈ, ਨਿਊ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਇਜ਼ ਕੈਲਕੂਲੇਟ ਐਟ ਦ ਟਾਈਮ ਆਫ। ਮਤਲਬ ਜਿਹੜੀ ਨਵੀਂ ਰੇਸ਼ੋ ਅਸੀਂ ਕੱਢ ਕੇ ਦਿਖਾਉਂਦੇ ਆ ਉਹ ਕਿਸ ਟਾਈਮ ਤੇ ਕੱਢ ਕੇ ਦਿਖਾਵਾਂਗੇ। ਤੁਹਾਨੂੰ ਸਭ ਨੂੰ ਪਤਾ ਹੈ ਕਿ ਜਿਹੜੀ ਸਾਡੀ ਆਪਣੀ ਸੈਕਰੀਫਾਈਸ ਰੇਸ਼ੋ ਹੁੰਦੀ ਹੈ ਉਹ ਅਸੀਂ ਕਦੋਂ ਕੱਢ ਕੇ ਦਿਖਾਉਂਦੇ ਆ, ਜੋ ਕਿਸੇ ਪਾਰਟਨਰ ਦੀ ਐਡਮਿਸ਼ਨ ਕੀਤੀ ਜਾਂਦੀ ਹੈ, ਮਤਲਬ ਕਿ ਉਸ ਨੂੰ ਐਡਮਿਟ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਗੇਨ ਰੇਸ਼ੋ ਦੀ ਐਡਮਿਸ਼ਨ, ਮਤਲਬ ਕਿ ਗੇਨ ਰੇਸ਼ੋ ਦੀ ਜਿਹੜੀ ਯੂਜ਼ਿੰਗ ਹੈ ਉਹ ਕਦੋਂ ਕੈਲਕੂਲੇਟ ਕੀਤੀ ਜਾਂਦੀ ਹੈ, ਜੋ ਕਿਸੇ ਪਾਰਟਨਰ ਅਸੀਂ ਕੀ ਕਰਦੇ ਹਾਂ, ਰਿਟਾਇਰ ਕਰਦੇ ਹਾਂ। ਉਸ ਤੋਂ ਬਾਅਦ ਓਲਡ ਰੇਸ਼ੋ ਮੋਸਟ ਪ੍ਰੋਬਬਲੀ ਕਦੋਂ ਯੂਜ਼ ਕੀਤੀ ਜਾਂਦੀ ਹੈ, ਜਦੋਂ ਪਾਰਟਨਰਸ਼ਿਪ ਦੀ ਸਿਰਫ ਇੰਟਰੋਡਕਸ਼ਨ ਪਾਰਟ ਕੀਤੀ ਜਾਂਦੀ ਹੈ। ਹੁਣ ਬੱਚੇ ਸਾਡੇ ਸਾਹਮਣੇ ਇੱਕ ਕੁਐਸਚਨ ਹੈ ਜੋ ਸਾਡੇ ਵਾਸਤੇ ਕੀ ਹੈ, ਨਿਊ ਪ੍ਰੋਫਿਟ ਰੇਸ਼ੋ, ਮਤਲਬ ਕਿ ਨਿਊ ਰੇਸ਼ੋ ਕਦੋਂ ਯੂਜ਼ ਕੀਤੀ ਜਾਊਗੀ। ਤਾਂ ਧਿਆਨ ਰੱਖਿਓ, ਨਿਊ ਰੇਸ਼ੋ ਉਦੋਂ ਯੂਜ਼ ਕੀਤੀ ਜਾਊਗੀ ਜਦ ਕੰਪਨੀ ਕੀ ਕਰਨੀ ਹੈ, ਸਾਨੇ ਡੈਜ਼ਲੂਟ ਕਰਨੀ ਹੈ। ਡੈਜ਼ਲੂਟ ਮਤਲਬ ਕੰਪਨੀ ਦਾ ਕੰਪਨੀ ਨੂੰ ਕੀ ਕਰਨਾ ਹੈ, ਐਜ਼ ਪਰ ਦ ਲੋ ਜਾਂ ਐਜ਼ ਪਰ ਦਾ ਰਿਟਨ ਐਗਰੀਮੈਂਟ ਕੰਪਨੀ ਨੂੰ ਕੀ ਕਰਨਾ ਹੋਊਗਾ, ਬੰਦ ਕਰਨਾ ਹੋਊਗਾ। ਤਾਂ ਆਪਸ਼ਨਾਂ ਦੇ ਅਕੋਰਡਿੰਗ ਪਹਿਲਾਂ ਕੁਐਸਚਨ ਦੇਖੋਗੇ, ਕਹਿੰਦਾ ਕੀ ਹੈ, ਪ੍ਰੋਫਿਟ ਸ਼ੇਅਰਿੰਗ ਰੇਸ਼ੋ कैलकुलेट की एट द टाइम ऑफ फर्स्ट पॉइंट है एडमिशन ऑफ पार्टनर, सैकेंड है रिटायरमेंट ऑफ पार्टनर, थर्ड पॉइंट है डेथ ऑफ द पार्टनर। तो डी जो साडा आंसर है वो क्वेश्चन का आंसर भी यही है तो बनता भी यही है, तो डेसोल्यूशन ऑफ द फर्म। सैकेंड क्वेश्चन आता है द लॉस ऑफ द फर्म। ठीक है, अगर फर्म ਨੂੰ ਕੀ ਹੋ ਜਾਂਦਾ ਹੈ, लॉस हो ਜਾਂਦਾ ਹੈ। कदों लॉस होएगा, वैन ऑल द पार्टनर्स आर इंसॉल्वेंट। जो सारे ਉਹਦੇ ਪਾਰਟਨਰਸ ਨੇ ਜਾਂ ਸਾਂਝੇਦਾਰ ਨੇ ਉਹ ਕੀ ਹੋ ਜਾਣ, ਦਿਵਾਲੇ ਹੋ ਜਾਣ। ਦਿਵਾਲੇ ਮਤਲਬ ਪੈਸਾ ਨਾ ਦੇ ਸਕਦੇ ਹੋਣ। ਇਸ ਟੂ ਬੀ ਬੋਰਨ ਬਾਈ, ਤਾਂ ਉਹ ਜਿਹੜਾ ਲੋਸ ਹੋਏਗਾ ਫਰਮ ਨੂੰ ਉਹ ਕਿੰਨਾ ਦੁਬਾਰਾ ਮਤਲਬ ਕਿ ਚੁਕਾਉਣਾ ਪਏਗਾ, ਕੌਣ ਸਫਰ ਕਰਨਗੇ। ਤਾਂ ਦੂਸਰਾ ਪੁਆਇੰਟ ਆਉਂਦਾ ਹੈ, ਉਹ ਸਫਰ ਕੌਣ ਕੀਤਾ ਜਾਊਗਾ, ਨਾ ਹੀ ਗਵਰਨਮੈਂਟ ਹੋਏਗੀ ਨਾ ਹੀ ਪਾਰਟਨਰ ਹੋਣਗੇ। ਆਂਸਰ ਇੱਕੋ ਹੀ ਬਚੇਗਾ ਤੁਹਾਡੇ ਵਾਸਤੇ, ਕ੍ਰੈਡੀਟਰ। ਕਿਉਂਕਿ ਜੇ ਗਵਰਨਮੈਂਟ ਹੈ, ਗੌਰਮੈਂਟ ਨੂੰ ਸਿਰਫ ਮਤਲਬ ਹੁੰਦਾ ਇਕੱਲੇ ਟੈਕਸ ਐਗਜ਼ੰਪਸ਼ਨਸ ਤੋਂ, ਟੈਕਸ ਇਵੇਸ਼ਨ ਤੋਂ, ਟੈਕਸ ਰਿਲੀਸ਼ਨ ਤੋਂ। ਠੀਕ ਹੈ, ਤੇ ਗਵਰਨਮੈਂਟ ਨੂੰ ਕੋਈ ਲੋਸ ਨਹੀਂ ਹੈ, ਲੋਸ ਫਰਮ ਨੂੰ ਹੋਇਆ, ਪਰ ਉਹ ਬੋਨ ਸਫਰ ਕਿਹਨੂੰ ਕਰਨਾ ਪਊਗਾ, ਸਿਰਫ ਇੱਕੋ ਹੀ ਆਪਸ਼ਨ ਹੈ ਤੁਹਾਡੇ ਆਪਣੇ ਕ੍ਰੈਡੀਟਰਸ ਨੂੰ। ਜੋ ਕੰਪਨੀ ਤੋਂ ਲੈਣ ਵਾਲੇ ਬੰਦੇ ਨੇ ਉਹਨਾਂ ਨੂੰ ਕੀ ਹੋਏਗਾ, ਸਫਰ ਹੋਏਗਾ। ਮਤਲਬ ਕਿ ਮੇਨ ਬੀਅਰਨੈਸ, ਮੇਨ ਟੈਨਸ਼ਨ ਕਿਹਨਾਂ ਉੱਤੇ ਆ ਕੇ ਪਊਗੀ, ਕ੍ਰੈਡੀਟਰਸ ਉੱਤੇ ਆ ਕੇ ਪਊਗੀ। ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਅਨਰਿਕਾਰਡਡ ਲਾਇਬਿਲਿਟੀ, ਮਤਲਬ ਜੋ ਲਾਇਬਿਲਿਟੀ ਹਜੇ ਤੱਕ ਸਾਡੀ ਰਿਕਾਰਡ ਹੀ ਨਹੀਂ ਕੀਤੀ ਹੈ। ਤਾਂ ਅਨਰਿਕਾਰਡਡ ਲਾਇਬਿਲਿਟੀ ਐਟ ਪੇਡ, ਜਦੋਂ ਪੇ ਕਰਦੇ ਆ, ਕਦੋਂ ਪੇ ਕਰਦੇ ਆ, एट द टाइम ऑफ डेजोल्यूशन। जो कंपनी की हो चुकी है, भंग हो चुकी है, या कंपनी का दिवाला निकल चुके हैं, या कंपनी बंद करनी है, तो अनरिकॉर्डेड लायबिलिटी एट द टाइम ऑफ डेजोल्यूशन इज टू डेबिटेड टू द डैश अकाउंट। ये ध्यान रखियो, जो असी एडमिशन की गल करांगे या असी गल करांगे रिटायरमेंट की, असी गल करांगे रिटायरमेंट की, उस टाइम के विच एक अकाउंट बनता होंगे, उस अकाउंट को असी की बोलते हैं, रीवैल्यूएशन अकाउंट बोलते हैं। किहड़ा अकाउंट बोलते हैं, रीवैल्यूएशन अकाउंट बोलते हैं। ठीक है, उस टाइम से रीवैल्यूएशन अकाउंट बनता है। लेकिन जो कंपनी डेसोल्यूट हो जाती है, कंपनी भंग हो जाती है, तो उस टाइम अकाउंट बनूगा असीं किहड़ा अकाउंट बोलते हैं, रियलाइजेशन अकाउंट बोलते हैं। रियलाइजेशन अकाउंट मतलब होंदा है ऑल द लायबिलिटीज हैड टू बी रियलाइज्ड। सारी लायबिलिटियां या तो असीं ओबलीगेशन पे करतियां,
ਉਹ ਸਾਰੀਆਂ ਓਬਲੀਗੇਸ਼ਨਾਂ ਉਦੋਂ ਪੇ ਕੀਤੀਆਂ ਨੇ ਜੋ ਸਾਰੀ ਐਸਿਡਸ ਕੀ ਹੋ ਚੁੱਕੀਆਂ ਨੇ, ਰੀਅਲਾਈਜ਼ਡ ਹੋ ਚੁੱਕੀਆਂ ਨੇ। दैट्स कॉल्ड अ रियलाइजेशन। तो मतलब कि जो एसिड रियलाइज होंगे ने तो ਇੱਕੋ ਹੀ ਅਕਾਊਂਟ ਬਣੂਗਾ, ਉਹ ਅਕਾਊਂਟ ਦਾ ਨਾਮ ਕੀ ਹੈ, ਰੀਅਲੇਸ਼ਨ ਅਕਾਊਂਟ ਹੁੰਦੀ ਹੈ। ਰੀਅਲੇਸ਼ਨ ਅਕਾਊਂਟ ਦੇ ਵਿੱਚ ਅਨਰਿਕਾਰਡਡ ਲਾਇਬਿਲਿਟੀ ਜਦੋਂ ਅਸੀਂ ਪੇ ਕਰਦੇ ਹਾਂ ਤਾਂ ਅਸੀਂ ਕੀ ਕਰਾਂਗੇ, ਉਸ ਨੂੰ ਡੈਬਿਟ ਕਰਾਂਗੇ। ਉਸ ਤੋਂ ਬਾਅਦ ਕੁਐਸਚਨ ਨੰਬਰ 4 ਕੀ ਕਹਿੰਦਾ ਹੈ, ਵੈਨ ਅਨਰਿਕਾਰਡਡ ਐਸਿਡ ਇਜ਼ ਰੀਅਲਾਈਜ਼ਡ। ਆਗੇ ਨੇ ਗੱਲ, ਹੁਣ ਜਦੋਂ ਅਨਰਿਕਾਰਡਡ ਐਸਿਡ ਦੀ ਗੱਲ ਕੀਤੀ ਜਾਂਦੀ ਹੈ, ਲਾਇਬਿਲਿਟੀ ਵਾਸਤੇ ਵੀ ਰੀਅਲੇਸ਼ਨ ਅਕਾਊਂਟ ਬਣਦਾ ਸੀ। ਤਾਂ ਆਂਸਰ ਦੇ ਅਕੋਰਡਿੰਗ ਪਹਿਲੇ ਪੁਆਇੰਟ ਦੇ ਵਿੱਚ, ਪਹਿਲੇ ਕੁਝ ਪੁਆਇੰਟ ਦੇ ਵਿੱਚ ਸਾਨੂੰ ਆਂਸਰ ਮਿਲ ਗਿਆ ਕਿ ਅਨਰਿਕਾਰਡਡ ਐਸਿਡ ਜਦੋਂ ਰੀਅਲਾਈਜ਼ ਕੀਤੀ ਜਾਂਦੀ ਹੈ ਐਟ ਦ ਟਾਈਮ ਆਫ ਡੈਜ਼ੋਲੂਸ਼ਨ ਦੇ ਅਕੋਰਡਿੰਗ ਤੇ, ਤਾਂ ਜਿਹੜੇ ਕੈਸ਼ ਡੈਬਿਟ ਹੋ ਜਾਊਗਾ ਤੇ ਇੱਕ ਅਕਾਊਂਟ ਕੀ ਹੋ ਜਾਊਗਾ, ਕ੍ਰੈਡਿਟ ਹੋ ਜਾਊ। ਕਿਹੜਾ ਅਕਾਊਂਟ ਕ੍ਰੈਡਿਟ ਹੋਊਗਾ, ਰੀਅਲੇਸ਼ਨ ਅਕਾਊਂਟ ਕੀ ਹੋਊਗਾ, ਕ੍ਰੈਡਿਟ ਹੋਊਗਾ। ਕਿਉਂ ਹੋਊਗਾ, ਕਿਉਂਕਿ ਐਸਿਡ ਰੀਅਲਾਈਜ਼ਡ ਹੋਈਆਂ ਨੇ, ਉਹਦੀ ਐਕਚੁਅਲ ਵੈਲਿਊ ਤਾਂ ਸਾਨੂੰ ਪਤਾ ਲੱਗ ਗਿਆ, ਸਾਨੂੰ ਅਨਰਿਕਾਰਡਡ ਐਸਿਡ ਵੇਚਦੀਆਂ, ਵੇਚ ਕੇ ਆਇਆ ਕੀ ਹੋਏਗਾ, ਕੈਸ਼। ਮਤਲਬ ਕਿ ਕੈਸ਼ ਅਕਾਊਂਟ ਡੈਬਿਟ, ਉਸ ਤੋਂ ਬਾਅਦ ਇੱਕ ਅਕਾਊਂਟ ਕ੍ਰੈਡਿਟ ਹੋ ਜਾਊਗਾ। ਕਿਹੜਾ ਅਕਾਊਂਟ ਕ੍ਰੈਡਿਟ ਹੋਊਗਾ, ਜਿਹਦਾ ਸਾਨੂੰ ਅਕਾਊਂਟ ਮੇਨਟੇਨ ਕਰਨਾ ਹੈ, ਉਸ ਅਕਾਊਂਟ ਦਾ ਨਾਮ ਕੀ ਹੈ, ਰੀਅਲੇਸ਼ਨ ਅਕਾਊਂਟ। ਅਕਾਊਂਟ ਕੀ ਹੋ ਜਾਊਗਾ, ਰੀਅਲੇਸ਼ਨ ਅਕਾਊਂਟ ਕੀ ਕਰ ਦਿੱਤਾ ਜਾਊਗਾ, ਕ੍ਰੈਡਿਟ ਕਰ ਦਿੱਤਾ ਜਾਊਗਾ। ਹੁਣ ਅਗਰ ਮੈਂ ਪੁੱਛਾਂ ਕੁਐਸਚਨ ਦੇ ਅਕੋਰਡਿੰਗ ਅਨਰਿਕਾਰਡਡ ਐਸਿਡ ਕੀ ਕਰ ਦਿੱਤੀ ਜਾਣਗੇ, ਇਹਦੇ ਵਿੱਚ ਡੈਬਿਟ ਕਰ ਦਿੱਤੀ ਜਾਣਗੇ। ਮਤਲਬ ਕਿ ਡੈਬਿਟ ਮਤਲਬ ਸਾਡਾ ਇਹਦੇ ਵਿੱਚ ਕੀ ਹੋ ਚੁੱਕਿਆ, ਰੀਅਲੇਸ਼ਨ ਅਕਾਊਂਟ ਦੇ ਵਿੱਚ ਕੈਸ਼ ਆ ਚੁੱਕਿਆ ਔਰ ਇੱਕ ਚੀਜ਼ ਕੀ ਹੋ ਚੁੱਕੀ ਹੈ, ਉਹ ਜਾ ਚੁੱਕੀ ਹੈ। ਉਸ ਤੋਂ ਬਾਅਦ ਕੁਐਸਚਨ ਨੰਬਰ 5 ਗੁੱਡਵਿਲ ਅਕਾਊਂਟ ਅਪੀਅਰ ਇਨ ਦ ਬੁੱਕਸ ਆਫ ਡੈਜ਼ੋਲੂਸ਼ਨ। ਕਹਿੰਦਾ ਕੀ ਹੈ, ਅਗਰ ਕੋਈ ਵੀ ਗੁੱਡਵਿਲ ਅਕਾਊਂਟ ਬੁੱਕਸ ਦੇ ਵਿੱਚ ਅਪੀਅਰਡ ਹੈ, ਠੀਕ ਹੈ, ਕਦੋਂ ਅਪੀਅਰਡ ਹੈ, ਔਨ ਦ ਟਾਈਮ ਆਫ ਡੈਜ਼ੋਲੂਸ਼ਨ ਡੇਟ, ਜਦੋਂ ਕੰਪਨੀ ਕੀ ਹੋਣੀ ਹੈ, ਭੰਗ ਹੋਣੀ ਹੈ। ਤਾਂ ਇਸ ਕਲੋਜ਼ਡ ਬਾਏ ਜਿਹੜਾ ਗੁੱਡਵਿਲ ਅਕਾਊਂਟ ਹੈ ਉਹ ਕਲੋਜ਼ ਕਰ ਦਿੱਤਾ ਜਾਊਗਾ। ਕੀ ਕਲੋਜ਼ ਕਰ ਦਿੱਤਾ ਜਾਊਗਾ, ਕਿਵੇਂ ਕਲੋਜ਼ ਕਰ ਦਿੱਤਾ ਜਾਊਗਾ, ਟ੍ਰਾਂਸਫਰ ਇਟ ਟੂ ਡੈਸ਼ ਸਾਈਡ ਆਫ ਰੀਅਲੇਸ਼ਨ ਅਕਾਊਂਟ। ਰੀਅਲੇਸ਼ਨ ਅਕਾਊਂਟ ਦੇ ਡੈਸ਼ ਅਕਾਊਂਟ ਦੇ ਵਿੱਚ ਜਾ ਕੇ ਕੀ ਕਰ ਦਿੱਤਾ ਜਾਊਗਾ, ਇਹ ਟ੍ਰਾਂਸਫਰ ਕਰ ਦਿੱਤਾ ਜਾਊਗਾ। ਹੁਣ ਤੁਹਾਡੇ ਸਾਹਮਣੇ ਦੇਖੋ ਆਂਸਰ ਬਾਅਦ ਦੇਖਾਂਗੇ। ਗੁੱਡਵਿਲ ਅਕਾਊਂਟ ਅਪੀਅਰ ਹੈ ਡੈਜ਼ੋਲੂਸ਼ਨ ਵੇਲੇ, ਕਹਿੰਦਾ ਕੀ ਹੈ, ਰੀਅਲੇਸ਼ਨ ਅਕਾਊਂਟ ਦੀ ਕਿਹੜੀ ਸਾਈਡ ਤੇ ਪਊਗਾ, ਇਹ ਕਿਹੜੀ ਸਾਈਡ ਤੇ ਜਾ ਕੇ ਟ੍ਰਾਂਸਫਰ ਹੋਊਗਾ। ਤੇ ਧਿਆਨ ਰੱਖਣਾ, ਗੁੱਡਵਿਲ ਅਕਾਊਂਟ ਕਿੰਨਾਂ ਨੂੰ ਮਿਲਦਾ ਹੁੰਦਾ, ਉਹਨਾਂ ਦੇ ਪਾਰਟਨਰਸ ਨੂੰ ਡਿਸਟ੍ਰੀਬਿਊਟ ਕਰਦੇ ਹੁੰਦੇ ਆ, ਦਿੰਦੇ ਹੁੰਦੇ ਆ, ਤਾਂ ਰਿਸੀਵਰ ਹੋ ਜੂਗੇ। ਰਿਸੀਵਰ ਵਾਲੀ ਸਾਈਡ ਹਮੇਸ਼ਾ ਕਿਹੜੀ ਸਾਈਡ ਹੁੰਦੀ ਹੈ, ਉਹ ਡੈਬਿਟ ਸਾਈਡ ਹੁੰਦੀ ਹੈ। ਤਾਂ ਆਨਸਰ ਦਾ ਕੁਐਸਚਨ ਦੇਖੋ ਦੁਬਾਰਾ ਤੋਂ ਕੀ ਕਹਿੰਦਾ ਹੈ, ਗੁੱਡਵਿਲ ਅਕਾਊਂਟ ਅਪੀਅਰ ਇਨ ਦ ਬੁੱਕਸ ਔਨ ਦ ਡੈਜ਼ੋਲੂਸ਼ਨ ਡੇਟ। ਕਹਿੰਦਾ ਮਤਲਬ ਜਦੋਂ ਹਜੇ ਡੈਜ਼ੋਲੂਟ ਵਾਲੀ ਡੇਟ ਤੇ ਗੁੱਡਵਿਲ ਅਕਾਊਂਟ ਅਪੀਅਰ ਹੈ ਤੇ ਇਹਨੂੰ ਅਸੀਂ ਕਲੋਜ਼ ਕਰਨਾ ਹੈ। ਅਗਰ ਕਲੋਜ਼ ਕਰਾਂਗੇ ਤਾਂ ਕਿਵੇਂ ਟ੍ਰਾਂਸਫਰ ਕਰਾਂਗੇ, ਤਾਂ ਅਸੀਂ ਇਹ ਟ੍ਰਾਂਸਫਰ ਕੀਤਾ ਜਾਊਗਾ ਡੈਬਿਟ ਸਾਈਡ ਤੇ ਟ੍ਰਾਂਸਫਰ ਕੀਤਾ ਜਾਊਗਾ। ਕਿਹੜੇ ਅਕਾਊਂਟ ਦੇ ਅਕੋਰਡਿੰਗ, ਤੁਹਾਡੇ ਆਪਣੇ ਰੀਅਲੇਸ਼ਨ ਅਕਾਊਂਟ ਦੇ ਅਕੋਰਡਿੰਗ। ਉਸ ਤੋਂ ਬਾਅਦ ਕੁਐਸਚਨ ਨੰਬਰ 6 ਦੇਖੋ ਕੀ ਕਹਿੰਦਾ ਹੈ, ਐਂਟਰੀ ਫॉर द ਐਸਿਡ ਟੇਕਨ ਓਵਰ ਬਾय द ਕ੍ਰੈਡੀਟਰ। ਹੁਣ ਦੇਖੋ ਧਿਆਨ ਨਾਲ, ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ। ਅਗਰ ਕੋਈ ਐਸਿਡ ਟੇਕ ਓਵਰ ਕਰ ਲੈਂਦਾ ਕ੍ਰੈਡੀਟਰ, ਹੁਣ ਦੇਖੋ ਐਸਿਡ ਸਾਡੇ ਵਾਸਤੇ ਐਸਿਡ ਹੁੰਦੀ ਹੈ, ਕ੍ਰੈਡੀਟਰ ਸਾਡੇ ਵਾਸਤੇ ਲਾਇਬਿਲਿਟੀ ਹੋ ਜਾਂਦੀ ਹੈ। ਮਤਲਬ ਕਿ ਕੋਈ ਐਸਿਡ ਕਿਹਦੇ ਵਿੱਚ ਚੇਂਜ ਹੋ ਜਾਂਦੀ ਹੈ, ਲਾਇਬਿਲਿਟੀ 'ਚ ਚੇਂਜ ਹੋ ਜਾਂਦੀ ਹੈ, ਤਾਂ ਉਹਦੇ ਵਾਸਤੇ ਕੀ ਕਰਾਂਗੇ, ਡੈਸ਼। ਬਟ ਐਂਟਰੀ ਫॉर द ਨੈਟ ਪੇਮੈਂਟ ਟੂ ਦ ਕ੍ਰੈਡੀਟਰ ਇਜ਼ ਮੇਡ। ਮਤਲਬ ਕਿ ਕੋਈ ਐਸਿਡ ਕ੍ਰੈਡੀਟਰ ਉਠਾ ਕੇ ਲੈ ਜਾਂਦਾ ਹੈ ਤਾਂ ਉਹਦੀ ਕੋਈ ਐਂਟਰੀ ਹੋਊਗੀ ਕਿ ਨਹੀਂ ਹੋਊਗੀ, ਇਹ ਧਿਆਨ ਰੱਖਿਓ। ਰੀਅਲੇਸ਼ਨ ਅਕਾਊਂਟ ਕਿਸ ਬੇਸ ਤੇ ਹੁੰਦਾ ਤੁਹਾਡਾ ਆਪਣਾ, ਮਤਲਬ ਕਿ ਅਗਰ ਕੋਈ ਐਸਿਡ ਕਿਹਦੇ ਵਿੱਚ ਚੇਂਜ ਹੋ ਜਾਏ, ਲਾਇਬਿਲਿਟੀ 'ਚ, ਜਾਂ ਕੋਈ ਲਾਇਬਿਲਿਟੀ ਐਸਿਡ ਦੇ ਵਿੱਚ ਚੇਂਜ ਹੋ ਜਾਏ, ਤਾਂ ਰੀਅਲੇਸ਼ਨ ਅਕਾਊਂਟ ਉਸ ਦੀ ਐਂਟਰੀ ਕਰਦਾ ਹੀ ਨਹੀਂ ਹੈਗਾ। ਤਾਂ ਆਂਸਰ ਕੀ ਹੈ, ਫਸਟ ਆਪਸ਼ਨ ਕੀ ਹੈ, ਮੇਡ, ਸੈਕੰਡ ਆਪਸ਼ਨ ਕੀ ਹੈ, ਨॉट ਮੇਡ, ਥਰਡ ਆਪਸ਼ਨ ਕੀ ਹੈ, ਇਕੁਅਲ, ਤਾਂ ਡੀ ਆਪਸ਼ਨ ਕੀ ਹੈ, ਨਨ ਆਫ ਥੀਸ। ਤਾਂ ਧਿਆਨ ਰੱਖਿਓ, ਉਹਦੀ ਐਂਟਰੀ ਕਦੇ ਵੀ ਨਹੀਂ ਹੁੰਦੀ, ਚਾਹੇ ਐਸਿਡ ਲਾਇਬਿਲਿਟੀ ਦੇ ਵਿੱਚ ਚੇਂਜ ਹੋ ਜਾਏ ਜਾਂ ਲਾਇਬਿਲਿਟੀ ਐਸਿਡ ਦੇ ਵਿੱਚ ਚੇਂਜ ਹੋ ਜਾਏ, ਇਹ ਕਦੀ ਵੀ ਚੀਜ਼ਾਂ ਨਹੀਂ ਹੁੰਦੀਆਂ, ਇਹਦੀ ਐਂਟਰੀ ਕਦੀ ਵੀ ਨੋਟ ਬਣਾਈ ਨਹੀਂ ਜਾਊਗੀ। ਯਾਨੀ ਕਿ ਆਂਸਰ ਕੀ ਆਊਗਾ, ਨॉट ਮੇਡ। ਉਸ ਤੋਂ ਬਾਅਦ 7ਵਾਂ ਕੁਐਸਚਨ ਹੈ, ਜਰਨਲ ਰਿਜ਼ਰਵ ਐਟ ਦ ਟਾਈਮ ਆਫ ਐਡਮਿਸ਼ਨ। ਹੁਣ ਗੱਲ ਕੀਤੀ ਜਾਂਦੀ ਹੈ ਐਡਮਿਸ਼ਨ ਦੀ, ਤਾਂ ਕਹਿੰਦੇ ਜਦੋਂ ਪਾਰਟਨਰ ਤੇ ਐਡਮਿਸ਼ਨ ਕੀਤੀ ਜਾਂਦੀ ਹੈ, ਲਾਇਬਿਲਿਟੀ ਸਾਈਡ ਤੇ ਅਗਰ ਪੁਰਾਣਾ ਕੋਈ ਜਨਰਲ ਰਿਜ਼ਰਵ ਦਿੱਤਾ ਹੋਇਆ ਹੈ ਤਾਂ ਟ੍ਰਾਂਸਫਰ ਕਿੱਥੇ ਹੋਏਗਾ, ਤਾਂ ਧਿਆਨ ਰੱਖਿਓ, ਇਹ ਟ੍ਰਾਂਸਫਰ ਹੋਏਗਾ ਪਾਰਟਨਰਸ ਦੇ ਕੈਪੀਟਲ ਅਕਾਊਂਟ ਦੇ ਵਿੱਚ। ਪਾਰਟਨਰਸ ਦੇ ਕੈਪੀਟਲ ਅਕਾਊਂਟ ਦੇ ਵਿੱਚ ਜਿਹੜਾ ਜਨਰਲ ਰਿਜ਼ਰਵ ਹੈ ਐਡਮਿਸ਼ਨ ਟਾਈਮ ਦੇ ਅਕੋਰਡਿੰਗ, ਚਾਹੇ ਉਹ ਡੈਜ਼ੋਲੂਸ਼ਨ ਟਾਈਮ ਦੇ ਅਕੋਰਡਿੰਗ, ਮਤਲਬ ਕਿ ਰਿਟਾਇਰਮੈਂਟ ਟਾਈਮ ਤੇ ਉਹ ਓਲਡ ਰੇਸ਼ੋ ਦੇ ਵਿੱਚ ਕੀ ਹੋ ਜਾਊਗਾ, ਕ੍ਰੈਡਿਟ ਹੋ ਜਾਊਗਾ। ਮਤਲਬ ਕਿ ਪਾਰਟਨਰਸ ਕੈਪੀਟਲ ਅਕਾਊਂਟ ਦੇ ਵਿੱਚ ਕੀ ਹੋ ਜਾਊਗਾ, ਡਿਸਟ੍ਰੀਬਿਊਟ ਕਰ ਦਿੱਤਾ ਜਾਊਗਾ। ਉਸ ਤੋਂ ਬਾਅਦ ਕੁਐਸਚਨ ਨੰਬਰ 8 ਦੇਖੋ ਕੀ ਕਹਿੰਦਾ ਹੈ, ਵੈਨ ਦ ਇਨਕਮਿੰਗ ਪਾਰਟਨਰ ਮਤਲਬ ਜੋ ਨਵਾਂ ਪਾਰਟਨਰ ਐਡਮਿਟ ਕੀਤਾ ਗਿਆ ਪਾਰਟਨਰਸ਼ਿਪ ਫਰਮ ਦੇ ਵਿੱਚ, ਤਾਂ ਉਹ ਸਾਡੇ ਵਾਸਤੇ ਕੀ ਹੈ, ਇਨਕਮਿੰਗ ਪਾਰਟਨਰ ਹੋਏਗਾ। ਬ੍ਰਿੰਗਸ ਸ਼ੇਅਰ ਆਫ ਗੁੱਡਵਿਲ ਇਨ ਕੈਸ਼, ਅਗਰ ਗੁੱਡਵਿਲ ਨੂੰ ਕੈਸ਼ ਦੀ ਫਾਰਮ 'ਚ ਲੈ ਕੇ ਆਇਆ ਹੈ, ਠੀਕ ਹੈ, ਤਾਂ ਕੀ ਹੋਏਗਾ, ਇਟ ਇਜ਼ ਐਡਜਸਟਡ ਬਾਈ ਕ੍ਰੈਡਿਟ ਟੂ, ਤੇ ਕਿੰਨਾ ਦੇ ਵਿੱਚ ਕ੍ਰੈਡਿਟ ਕਰ ਦਿੱਤਾ ਜਾਊਗਾ। ਪਹਿਲੀ ਐਂਟਰੀ ਤਾਂ ਦੇਖੀ ਜਾਊਗੀ ਇਹਦੀ ਐਂਟਰੀ, ਅਗਰ ਗੁੱਡਵਿਲ ਕੈਸ਼ ਦੀ ਫਾਰਮ 'ਚ ਲੈ ਕੇ ਆਇਆ ਤਾਂ ਗੁੱਡਵਿਲ ਹੁੰਦੀ ਹੈ ਸਾਡੇ ਵਾਸਤੇ ਐਸਿਡ, ਐਸਿਡ ਹਮੇਸ਼ਾ ਕੀ ਕਰਦੇ ਹੁੰਦੇ ਆ, ਡੈਬਿਟ। ਐਂਟਰੀ ਹੋਏਗੀ ਗੁੱਡਵਿਲ ਅਕਾਊਂਟ ਡੈਬਿਟ ਟੂ, ਮਤਲਬ ਕਿ ਇੱਥੇ ਆ ਜਾਊਗਾ ਪਾਰਟਨਰਸ ਕੈਪੀਟਲ ਅਕਾਊਂਟ। ਪਾਰਟਨਰਸ ਕਿਹੜੇ ਹੋਣਗੇ ਤੁਹਾਡੇ ਸਾਹਮਣੇ, ਜੋ ਨਵਾਂ ਬੰਦਾ ਲੈ ਕੇ ਆਇਆ ਪੁਰਾਣੇ ਬੰਦੇ ਨੂੰ ਦਊਗਾ, ਤਾਂ ਆਪਸ਼ਨ ਦੇ ਅਕੋਰਡਿੰਗ ਕੀ ਆ ਜਾਊਗਾ,
ओल्ड पार्टनर कैपिटल अकाउंट, पुराने बंदे को यह पार्टनर की कर दी जाऊगी, गुडविल क्रेडिट कर दी जाऊगी। ठीक है जी। उस तो बाद सॉरी 9th क्वेश्चन है सी इज एडमिटेड इन द फॉर्म, ਜਿਹੜਾ सी है और फॉर्म ਦੇ ਵਿੱਚ 1/4 शेयर लेके आया है, 1/4 शेयर लेके आया एंड ही ब्रिंग 3000 फॉर अ गुडविल और गुडविल 3000 ਦੀ लेके आया है। तो दसो ओल्ड पार्टनर किन्ना किन्ना कढ़वा के ले जाएंगे, आई मीन टू से किहड़ी रेशियो ਦੇ ਵਿੱਚ कढ़वा के ले जाएंगे। तो मैं ਤੁਹਾਨੂੰ ਗੱਲ ਕੀਤੀ ਸੀ ਜਦੋਂ ਵੀ ਅਸੀਂ ਐਡਮਿਸ਼ਨ ਦੇ ਪਰਸਪੈਕਟਿਵ ਨਾਲ ਗੱਲ ਕਰਾਂਗੇ ਉੱਤੇ ਇੱਕੋ ਹੀ ਰੇਸ਼ੋ ਯੂਜ਼ ਕੀਤੀ ਜਾਊਗੀ, ਉਸ ਰੇਸ਼ੋ ਦਾ ਨਾਮ ਕੀ ਹੈ, ਸੈਕਰੀਫਾਈਸ ਰੇਸ਼ੋ। ਧਿਆਨ ਰੱਖਣਾ ਐਡਮਿਸ਼ਨ ਦੇ ਟਾਈਮ ਤੇ ਹਮੇਸ਼ਾ ਕਿਹੜੀ ਰੇਸ਼ੋ ਯੂਜ਼ ਕੀਤੀ ਜਾਂਦੀ ਹੈ, ਸੈਕਰੀਫਾਈਸ ਰੇਸ਼ੋ, ਜਿਹਦਾ ਫਾਰਮੂਲਾ ਕੀ ਹੁੰਦਾ ਹੈ, ਸੈਕਰੀਫਾਈਸ ਰੇਸ਼ੋ ਇਜ਼ ਇਕੁਅਲ ਟੂ ਮਤਲਬ ओल्ड रेशो माइनस की हो जाए ਤੁਹਾਡੇ ਵਾਸਤੇ ਨਿਊ ਰੇਸ਼ੋ, ਯਾਨੀ ਕਿ ਜਿਹੜੀ ਤੁਹਾਡੀ ਆਪਣੀ ਗੁੱਡਵਿਲ ਹੈ, ਨया ਪਾਰਟਨਰ ਜਿਹੜੀ ਲੈ ਕੇ ਆਇਆ ਹੈ ਉਹ ਪੁਰਾਣੇ ਬੰਦਿਆਂ ਦੇ ਵਿੱਚ ओल्ड ਰੇਸ਼ੋ ਦੇ ਵਿੱਚ ਕੀ ਹੋ ਜੂਗੀ, ਸੈਕਰੀਫਾਈਸ ਰੇਸ਼ੋ ਦੇ ਵਿੱਚ ਕੀ ਹੋ ਜੂਗੀ, डिस्ट्रीब्यूट कर दी जाऊगी, मतलब उन्होंने द्वारा ले लिया जाऊगा। उस तो बाद क्वेश्चन नंबर 10th की कहता है द बैलेंस ऑफ मैमोरेंडम रीवैल्यूएशन अकाउंट। हम थोड़ा ध्यान रखियो, एक होंदा रीवैल्यूएशन अकाउंट, एक होंदा मैमोरेंडम रीवैल्यूएशन अकाउंट। रीवैल्यूएशन अकाउंट दे विच तां जिहड़ा रीवैल्यूएशन अकाउंट दा प्रॉफिट आंदा है वो तो ओल्ड पार्टनर लेंदे ने, ठीक है, ओल्ड रेशो दे विच ओल्ड पार्टनर लैणगे ओल्ड रेशो दे विच। जिहड़ा मैमोरेंडम अकाउंट दा रीवैल्यूएशन अकाउंट आऊगा, मतलब प्रॉफिट या लॉस आऊगा, ਉਹ ਲੈਣਗੇ ਨਿਊ ਰੇਸ਼ੋ ਦੇ ਵਿੱਚ 올 ਪਾਰਟਨਰ ਮਤਲਬ ਉਹਦੇ ਵਿੱਚ ਸਾਰੇ ਪਾਰਟਨਰ ਆ ਜਾਣਗੇ, ਚਾਹੇ ਉਹ ਤੁਹਾਡੇ ਵਾਸਤੇ ਪੁਰਾਣਾ ਪਾਰਟਨਰ ਹੈ ਚਾਹੇ ਤੁਹਾਡੇ ਵਾਸਤੇ ਨया ਪਾਰਟਨਰ ਹੈ। ਮਤਲਬ ਕਿ ਬੈਲੈਂਸ ਦੀ ਗੱਲ ਕੀਤੀ ਹੈ, ਬੈਲੈਂਸ ਮਤਲਬ ਜਾਂ ਤਾਂ ਪ੍ਰੋਫਿਟ ਹੋਊਗਾ ਜਾਂ ਲੋਸ ਹੋਊਗਾ। ਤੇ ਧਿਆਨ ਰੱਖਿਓ ਇਸ ਟ੍ਰਾਂਸਫਰ ਟੂ ਦ ਕੈਪੀਟਲ ਅਕਾਊਂਟ 'ਚ ਟ੍ਰਾਂਸਫਰ ਤਾਂ ਹੋਣਾ ਹੀ ਹੋਣਾ ਹੈ। ਕਹਿੰਦੇ ਕਿਹੜੀ ਰੇਸ਼ੋ ਦੇ ਵਿੱਚ ਹੋਊਗਾ, ਤਾਂ ਧਿਆਨ ਰੱਖਿਓ ਫਸਟ ਪੁਆਇੰਟ ਹੈ ਕੈਪੀਟਲ ਰੇਸ਼ੋ, ਸੈਕਿੰਡ ਹੈ ओल्ड प्रॉफिट शेयरिंग रेशो, थर्ड है न्यू प्रॉफिट शेयरिंग रेशो और डी है ਤੁਹਾਡੇ ਵਾਸਤੇ ਨਨ ਆਫ ਥੀਸ। ਤਾਂ ਆਲਰੇਡੀ ਮੈਂ ਦੱਸ ਹੀ ਚੁੱਕਿਆ ਸੀਗਾ ਤੇ ਨਿਊ ਮੈਮੋਰੈਂਡਮ ਰੀਵੈਲੂਏਸ਼ਨ ਅਕਾਊਂਟ ਦਾ ਜਿਹੜਾ ਪ੍ਰੋਫਿਟ ਹੋਏਗਾ ਔਰ ਨਿਊ ਪ੍ਰੋਫਿਟ ਰੇਸ਼ੋ ਦੇ ਵਿੱਚ ਕੀ ਹੋ ਜਾਊਗਾ, ਡਿਸਟ੍ਰੀਬਿਊਟ ਹੋ ਜਾਏਗਾ। ਕੁਐਸਚਨ ਨੰਬਰ 11 ਜੋ ਇੱਕ ਨਿਊਮੈਰੀਕਲ ਕੁਐਸਚਨ ਹੈ, ਦੇਖੋ ਕੀ ਕਹਿੰਦਾ ਇਹਦੇ ਵਿੱਚ, ਇਫ ਇਨਕਮਿੰਗ ਪਾਰਟਨਰ ਬ੍ਰਿੰਗ ਹਿਸ ਸ਼ੇਅਰ ਆਫ ਗੁੱਡਵਿਲ ਇਨ ਕੈਸ਼। ਅਗਰ ਕੋਈ ਨਵਾਂ ਪਾਰਟਨਰ ਗੁੱਡਵਿਲ ਨੂੰ ਕੈਸ਼ ਦੀ ਫਾਰਮ 'ਚ ਲੈ ਕੇ ਆਉਂਦਾ ਹੈ, ਠੀਕ ਹੈ, ਔਰ ਪੁਰਾਣੇ ਬੰਦਿਆਂ ਨੂੰ ਅਕਾਊਂਟਸ ਵਿੱਚ ਐਂਟਰੀ ਕਰਨ ਵਾਸਤੇ ਕਹਿੰਦਾ ਕਿ 5000 ਦੀ ਐਂਟਰੀ ਕਰ ਦਿੱਤੀ ਜਾਵੇ। ਉਸ ਤੋਂ ਕਹਿੰਦਾ ਕੀ ਹੈ, ਦ ਅਮਾਊਂਟ ਰਿਕੁਆਇਰਡ ਟੂ ਬੀ ਸ਼ੋਨ ਇਨ ਦ ਨਿਊ ਬੈਲੈਂਸ ਸ਼ੀਟ ਵਿਲ ਬੀ ਰੇਜ਼ਡ ਇਨ। ਕਹਿੰਦਾ ਕੀ ਹੈ, ਅਗਰ ਨਵੀਂ ਬੈਲੈਂਸ ਸ਼ੀਟ ਦੇ ਵਿੱਚ ਕਹਿੰਦਾ ਤਾਂ ਅਸੀਂ ਕਿਹੜੀ ਰੇਸ਼ੋ ਉੱਥੇ ਕੀ ਕਰਾਂਗੇ, ਯੂਜ਼ ਕਰਾਂਗੇ। ਤਾਂ ਹੁਣ ਦੇਖੋ ਤੁਹਾਡੇ ਸਾਹਮਣੇ 5000 ਦਾ ਕੀ ਲੈ ਕੇ ਆਇਆ, ਉਹ ਗੁੱਡਵਿਲ ਲੈ ਕੇ ਕੈਸ਼ ਦੀ ਫਾਰਮ 'ਚ ਡਿਸਾਈਡ ਕਰਦਾ ਕਿ ਕੰਪਨੀ ਦੀ ਨਵੀਂ ਰੇਸ਼ੋ ਦੇ ਵਿੱਚ ਨਿਊ ਬੈਲੈਂਸ ਸ਼ੀਟ 'ਚ ਰੱਖ ਦਿੱਤਾ ਜਾਵੇ। अगर मैं गल करा न्यू बैलेंस शीट के अकॉर्डिंग तो उत्ते एक ही रेशो यूज की जाऊगी, दैट्स कॉल्ड अ न्यू प्रॉफिट शेयरिंग रेशो। उस तो बाद क्वेश्चन नंबर 12 देखो की कहता है, ऑल अकमुलेटेड लॉसिस। अकमुलेटेड लॉसिस का मतलब होता है पुराने लॉस, जो भी पुराने लॉस पुराने बंदे द्वारा इकट्ठे किए गए हैं, पार्टनर द्वारा इकट्ठे किए गए हैं टू द कैपिटल अकाउंट ऑफ द ओल्ड पार्टनर। तो कैपिटल अकाउंट के मतलब कि पार्टनर को कैपिटल अकाउंट के किहड़ी रेशो के डिस्ट्रीब्यूट किया जाऊगा। ਤਾਂ ਮੈਂ ਗੱਲ ਕਰਾਂ ਪੁਰਾਣੇ ਲੋਸਿਸ ਦੀ ਗੱਲ ਕਰਦੇ ਪਏ ਹਾਂ, ਤਾਂ ਪੁਰਾਣੇ ਲੋਸ ਨੂੰ ਕੈਪੀਟਲ ਅਕਾਊਂਟ ਦੇ ਵਿੱਚ ਪਾਰਟਨਰ ਵਿਚਕਾਰ ਕਰਨਾ ਪਊਗਾ, ਤਾਂ ਉਹਦੇ ਵਾਸਤੇ ਪੁਰਾਣੀ ਰੇਸ਼ੋ ਹੀ ਯੂਜ਼ ਕੀਤੀ ਜਾਊਗੀ। ਇਹਨੂੰ ਅਸੀਂ ਕੀ ਬੋਲਦੇ ਹਾਂ, ओल्ड ਰੇਸ਼ੋ ਬੋਲਦੇ ਹਾਂ, ਕਿਉਂਕਿ ਪੁਰਾਣੇ ਲੋਸ ਨੇ ਤੇ ਨਵੇਂ ਪਾਰਟਨਰ ਦੇ ਇਹਦੇ ਵਿੱਚ ਕੋਈ ਰਿਸਪੌਂਸਿਬਿਲਿਟੀ ਨਹੀਂ ਹੈ, ਕੋਈ ਨਵਾਂ ਪਾਰਟਨਰ ਇਹਨੂੰ ਲਊਗਾ ਨਹੀਂ, ਤਾਂ ਪੁਰਾਣੇ ਪਾਰਟਨਰ ਹੀ ਇਸ ਨੂੰ ਲੋਸ ਚੱਕਣਗੇ ਪੁਰਾਣੀ ਰੇਸ਼ੋ ਦੇ ਵਿੱਚ, ਦੈਟਸ ਕੋਲ ਕਹਿਣ ਦਾ ਮਤਲਬ ओल्ड ਰੇਸ਼ੋ ਦੇ ਵਿੱਚ। ਉਸ ਤੋਂ ਬਾਅਦ ਨੈਕਸਟ ਕੁਐਸਚਨ ਆਉਂਦਾ ਹੈ, ਆਨਸਰ ਤੁਹਾਨੂੰ ਪਤਾ ਹੀ ਲੱਗ ਚੁੱਕਿਆ ਹੋਏਗਾ, ओल्ड ਰੇਸ਼ੋ ਦੇ ਵਿੱਚ। ਨੈਕਸਟ ਕੁਐਸਚਨ ਆਉਂਦਾ ਹੈ, ਇਫ ਦ ਗੁੱਡਵਿਲ ਇਜ਼ ਰੇਜ਼ਡ ਐਟ ਦ ਟਾਈਮ ਆਫ ਰਿਟਾਇਰਮੈਂਟ। ਹੁਣ ਗੱਲ ਕਾਹਦੀ ਕਰਨ ਜਾ ਰਹੇ ਸੀ, ਰਿਟਾਇਰਮੈਂਟ ਦੀ। ਐਡਮਿਸ਼ਨ ਪੁਆਇੰਟ ਖਤਮ ਹੋ ਚੁੱਕਿਆ। ਰਿਟਾਇਰਮੈਂਟ ਦੇ ਵਿੱਚ ਜਦ ਗੁੱਡਵਿਲ ਰੇਜ਼ਡ ਹੁੰਦੀ ਹੈ, ਵਿਲ ਬੀ ਰਿਟਨ ਆਫ, ਜਦੋਂ ਅਸੀਂ ਗੁੱਡਵਿਲ ਨੂੰ ਰਾਈਟ ਆਫ ਕਰਦੇ ਹਾਂ, ਖਤਮ ਕਰਦੇ ਹਾਂ, ਬੁੱਕਸ ਦੇ ਵਿੱਚ ਲਿਖ ਕੇ ਖਤਮ ਕਰ ਦਿੰਦੇ ਹਾਂ, ਦੈਨ ਦ ਕੈਪੀਟਲ ਅਕਾਊਂਟ ਆਫ ਆਲ ਪਾਰਟਨਰ। ਕਹਿੰਦਾ ਕੀ ਹੈ, ਜਿਹੜੇ ਸਾਡੇ ਕੈਪੀਟਲ ਅਕਾਊਂਟ ਨੇ ਇੱਕ ਪਾਰਟਨਰ ਦਾ ਰਿਟਾਇਰ ਹੋ ਜਾਊਗਾ, ਬਾਕੀ ਜਿਹੜੇ ਰਿਮੇਨਿੰਗ ਪਾਰਟਨਰ ਨੇ ਉਹਦੇ ਵਿੱਚ ਡੈਬਿਟ ਕੀਤੀ ਜਾਊ ਕਿ ਨਹੀਂ ਕੀਤੀ ਜਾਊ। ਪਹਿਲੀ ਗੱਲ ਤਾਂ ਡੈਬਿਟ ਕੀਤੀ ਜਾਊਗੀ। ਅਗਰ ਪੁਰਾਣਾ ਕੋਈ ਪਾਰਟਨਰ ਰਿਟਾਇਰ ਹੋ ਚੁੱਕਿਆ ਤਾਂ ਬਾਕੀ ਜਿਹੜੇ ਪਾਰਟਨਰ ਬੱਚੇ ਨੇ ਉਹ ਗੁੱਡਵਿਲ ਨੂੰ ਰਾਈਟ ਆਫ ਕਰਨਗੇ ਕਿਹੜੀ ਰੇਸ਼ੋ ਦੇ ਵਿੱਚ, ਆਪਣੀ ਨਿਊ ਰੇਸ਼ੋ ਦੇ ਵਿੱਚ। ਇਹ ਧਿਆਨ ਰੱਖਣਾ। ਮੈਂ ਰਿਪੀਟ ਕਰਨਾ ਕੁਐਸਚਨ ਦੁਬਾਰਾ ਤੋਂ ਦੇਖੋ ਕੀ ਕਹਿੰਦਾ ਹੈ, ਇਫ ਗੁੱਡਵਿਲ ਇਜ਼ ਰੇਜ਼ਡ ਐਟ ਦ ਟਾਈਮ ਆਫ ਰਿਟਾਇਰਮੈਂਟ। ਅਗਰ ਕੋਈ ਗੁੱਡਵਿਲ ਉਸ ਟਾਈਮ ਦੇ ਵਿੱਚ ਰੇਸ ਹੋਈ ਸੀ, ਮਤਲਬ ਕਿ ਚੱਕੀ ਗਈ ਸੀ ਜਾਂ ਉਠਾਈ ਗਈ ਸੀ, ਜਿਸ ਟਾਈਮ ਦੇ ਵਿੱਚ ਇੱਕ ਪਾਰਟਨਰ ਦੀ ਰਿਟਾਇਰਮੈਂਟ ਕੀਤੀ ਗਈ ਸੀ, ਤਾਂ ਗੁੱਡਵਿਲ ਪੁਰਾਣੀ ਰੇਸ਼ੋ ਦੇ ਅਕੋਰਡਿੰਗ ਨਿਊ ਰੇਸ਼ੋ ਦੇ ਅਕੋਰਡਿੰਗ ਕੀ ਕਰ ਦਿੱਤੀ ਜਾਊਗੀ, ਰਾਈਟ ਆਫ ਕਰ ਦਿੱਤੀ ਜਾਊਗੀ। ਕਿੰਨਾ ਵਿਚਕਾਰ, ਪੁਰਾਣੇ ਬੰਦੇ ਵਿਚਕਾਰ, ਜਾਂ ਕਹਿ ਸਕਦੇ ਆ ਜਿਹੜੇ ਬੰਦੇ ਬਾਕੀ ਬਚ ਗਏ ਆ ਜਿਹਨੂੰ ਅਸੀਂ ਕੰਟੀਨਿਊ ਪਾਰਟਨਰ ਬੋਲਦੇ ਆ, ਉਹਨਾਂ ਵਿਚਕਾਰ ਨਿਊ ਰੇਸ਼ੋ ਦੇ ਵਿੱਚ ਕੀ ਕਰ ਦਿੱਤੀ ਜਾਊਗੀ, ट्रांसफर कर दी जाऊगी। नैक्सट आओ, एक क्वेश्चन ऑलरेडी हो चुका सीगा पर थोड़ा उन्होंने लाइन चेंज करती,
द बैलेंस ऑफ जनरल रिजर्व ਦਾ ਜਿਹੜਾ ਬੈਲੈਂਸ ਹੈ ਉਹ ਟ੍ਰਾਂਸਫਰ ਕਰ ਦਿੱਤੇ ਕੋਈ ਕੈਪਿਟਲ ਅਕਾਊਂਟ ਦੇ ਵਿੱਚ। ਤਾਂ ਪੁਰਾਣੇ ਜਨਰਲ ਰਿਜ਼ਰਵ ਪੁਰਾਣੇ ਬੰਦਿਆਂ ਦਾ ਹੁੰਦਾ ਹੈ, ਤਾਂ ਓਬਵੀਅਸ ਉੱਥੇ ਕਿਹੜੀ ਰੇਸ਼ੋ ਯੂਜ਼ ਹੋਊਗੀ ਤੁਹਾਡੀ ਆਪਣੀ ओल्ड रेशियो। तो आंसर की कहता है ओल्ड प्रॉफिट शेयरिंग रेशियो, न्यू रेशियो, कैपिटल रेशियो, नन ऑफ दिस। तो आंसर थोड़ी की बनूगा पुरानी रेशियो यानी कि ओल्ड शेयरिंग रेशियो बन चुकी। उस तो बाद नैक्सट है प्रोविजन फॉर डेट, बैड डेट एंड डाउटफुल डेट। कहना जो पुराने पैसे सी मान लो कि वो थोड़े वास्ते प्रोविजन क्रिएट हुई है कि जो पैसा डुब सकता है, ठीक है। अगर डुब सकता है वो जी प्रोविजन क्रिएट हुई है वो डेजोल्यूशन के टाइम पर हुई है। तो असी थोड़ा पता ही है अगर डेजोल्यूशन टाइम पर हुई है तो सब तो पहले एक अकाउंट बनता होंगे, वो केड़ा अकाउंट होगा जिस असीं ट्रांसफर करांगे वो साडे वास्ते हुंदा है रियलेशन अकाउंट, यानी कि सारियां लिबिलिटियां साने रियलाइज कर लियां, ओबलीगेशनां पे करतियां। किवें पे कीतियां ने साने सारी एसिड रियलाइज करन तो बाद कीतियां ने, ठीक है जी। नैक्सट बहुत इंपॉर्टेंट क्वेश्चन है क्वेश्चन नंबर 16। अकॉर्डिंग टू द डिसीजन ऑफ गार्नर वर्सिस मूरे रूल। गार्नर वर्सिस मूरे रूल तुहानूं पता ही है साडा की नाल रिलेट करता है, तुहानूं सब नूं पता है ये डेजोल्यूशन ऑफ फॉर्म दे नाल रिलेट करता है, ठीक है। मतलब कि डेजोल्यूशन ऑफ फॉर्म दे नाल रिलेट करूगा कौन, गार्नर वर्सिस मूरे रूल। गार्नर वर्सिस मूरे रूल का डिसीजन की हुंदा है, लॉस ड्यू टू इंसॉल्वेंसी ऑफ द पार्टनर। अगर किसी पार्टनर का दिवाला निकल चुके हैं, अगर कंपनी नूं या फर्म नूं की हो चुका है, लॉस हो चुके हैं, ठीक है। तो वो जो लॉस है सोवरेन पार्टनर द्वारा की किया जाऊगा, मतलब ਜਿਹੜਾ ਸੋਲਵੈਂਟ ਪਾਰਟਨਰ ਜਿਹੜਾ ਪੈਂਦਾ ਪੈਸੇ ਦੇ ਸਕਦਾ ਉਸ ਦੁਆਰਾ ਸ਼ੇਅਰ ਕੀਤਾ ਜਾਊਗਾ। ਬਟ ਉੱਥੇ ਤਾਂ ਕੋਈ ਰੇਸ਼ੋ ਹੁੰਦੀ ਨਹੀਂ ਕਿਉਂਕਿ ਫਰਮ ਨੂੰ ਕੀ ਹੋ ਗਿਆ, ਹੁਣ ਲੋਸ ਹੋ ਗਿਆ। ਤਾਂ ਉੱਥੇ ਇੱਕੋ ਹੀ ਪਾਰਟਨਰ ਆਪਣੀ ਪਾਰਟਨਰ ਕੈਪੀਟਲ ਵਿੱਚੋਂ ਮਤਲਬ ਪੇਮੈਂਟ ਕਰੂਗਾ। ਅਗਰ ਕੈਪੀਟਲ ਦੇ ਵਿੱਚੋਂ ਪੇਮੈਂਟ ਕਰਦਾ ਹੋਵੇ ਤਾਂ ਉੱਥੇ ਇੱਕੋ ਹੀ ਰੇਸ਼ੋ ਯੂਜ਼ ਕੀਤੀ ਜਾਊਗੀ, ਜਿਹਨੂੰ ਅਸੀਂ ਕਿਹੜੀ ਰੇਸ਼ੋ ਬੋਲਦੇ ਹਾਂ, ਕੈਪੀਟਲ ਰੇਸ਼ੋ ਬੋਲਦੇ ਹਾਂ। ਕੁਐਸਚਨ ਨੰਬਰ 17 ਇਹ ਪੁਆਇੰਟ ਤਾਂ ਆਲਰੇਡੀ ਆ ਚੁੱਕਿਆ ਸੀ, ਬਸ ਉਹਨੇ ਲਾਈਨ ਚੇਂਜ ਕੀਤੀ ਹੈ ਕਾਰਨ ਕਿ ਕੋਈ ਵਾਰ ਪਜ਼ਲਿੰਗ ਕੁਐਸਚਨ ਪਾ ਦਿੱਤੇ ਹੁੰਦੇ ਕਨਫਿਊਜ਼ਿੰਗ ਟਰਮ ਦੇ ਵਿੱਚ ਲਾਈਨ ਸੇਮ ਹੀ ਹੁੰਦੀ ਹੈ। तो देखो तुहाडे सामने कहता की है गुडविल अकाउंट इज क्लोज्ड। कहना गुडविल अकाउंट की कर दिता जाऊगा, बंद कर दिता जाऊगा एट द टाइम ऑफ डेजोल्यूशन। तो सब तो पहले अगर डेजोल्यूशन करनी है तो इको अकाउंट बनूगा, अकाउंट का नाम की है रिलेशन, क्योंकि फर्स्ट पॉइंट के विच मेरा आंसर लिखा हुआ है जिन्हें की बोलते हैं इको अकाउंट मेनटेन किया जाता है रिलेशन अकाउंट। क्वेश्चन नंबर 18 क्वेश्चन नंबर 18 के अकॉर्डिंग कहता की है फॉर द पेमेंट ऑफ अनरिकॉर्डेड लिबिलिटी। वही गल फिर आ गई, अगर कोई हजे बिना रिकॉर्ड की कोई लिबिलिटी रही है ਉਹਦੀ ਪੇਮੈਂਟ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਜੇਕਰ ਪੇਮੈਂਟ ਕਰਨੀ ਹੈ ਤਾਂ ਅਸੀਂ ਡੈਬਿਟ ਕਿਹਨੂੰ ਕਰਾਂਗੇ। ਤਾਂ ਧਿਆਨ ਰੱਖਿਓ ਇੱਕ ਐਂਟਰੀ ਪੈਂਦੀ ਹੁੰਦੀ ਹੈ, ਇੱਕ ਐਂਟਰੀ ਅਸੀਂ ਟ੍ਰਾਂਜੈਕਟ ਕਰਦੇ ਹੁੰਦੇ ਹਾਂ। ਉਹ ਐਂਟਰੀ ਦਾ ਨਾਮ ਕੀ ਹੈ, ਰਿਲੇਸ਼ਨ ਅਕਾਊਂਟ ਡੈਬਿਟ ਟੂ। ਪੇਮੈਂਟ ਕੀਤੀ ਹੈ ਜਾਂ ਤਾਂ ਉਹ ਕੈਸ਼ ਦੀ ਫੋਰਮ 'ਚ ਕੀਤੀ ਹੋਏਗੀ ਜਾਂ ਸਾਡੀ ਕਿਹੜੀ ਫੋਰਮ 'ਚ ਕੀਤੀ ਹੋਏਗੀ, ਬੈਂਕ ਦੀ ਫੋਰਮ ਦੇ ਵਿੱਚ ਕੀਤੀ ਹੋਊਗੀ। ਤਾਂ ਧਿਆਨ ਰੱਖਿਓ ਰਿਲੇਸ਼ਨ ਅਕਾਊਂਟ ਕੀ ਹੋ ਜਾਊਗਾ, ਇਹਦੇ ਵਿੱਚ ਡੈਬਿਟ ਹੋ ਜਾਊਗਾ। ਤੁਹਾਨੂੰ ਆਪਸ਼ਨ ਕੀ ਹੈ, ਫਸਟ वन ਬੈਂਕ ਅਕਾਊਂਟ, ਲਿਬਿਲਿਟੀ ਅਕਾਊਂਟ, ਰਿਲੇਸ਼ਨ ਅਕਾਊਂਟ। ਤਾਂ ਆਂਸਰ ਕੀ ਹੈ, ਰਿਲੇਸ਼ਨ ਅਕਾਊਂਟ, ठीक है जी। नैक्सट आओ अगला क्वेश्चन कहता की है अंडर द मैक्सिमम लॉस मैथड। हुण ये कोई मैथड तो होंदा नहीं मैक्सिमम लॉस मैथड, ठीक है। पर एक गल दस देना ये जो मैक्सिमम लॉस मैथड है थोड़े अपनी छोटी क्लासिस +2 के यूज़ नहीं किया जाता, ये BCom के यूज़ किया जाता। BCom वाले बच्चे करते हैं किहड़े मैथड के, पीसमेल डिस्ट्रीब्यूशन मैथड के। तो वो असी सिर्फ और सिर्फ इको ही रेशो यूज़ करते हैं, उस रेशो का नाम की है प्रॉफिट शेयरिंग रेशो। हुण जिहड़ी प्रॉफिट शेयरिंग रेशो होंदी है ये कारे वास्ते यूज़ की जाती है, अगर कोई लॉस हुंदा किसी फर्म नूं उस मैथड अकॉर्डिंग लॉस नूं की कीता जांदा, कवर किया जाता है। मैक्सिमम लॉस नूं डिवाइड करदे किहड़ी रेशो दे विच, अपनी प्रॉफिट शेयरिंग रेशो दे विच। रिपीट कर देना क्वेश्चन नूं, अंडर द मैक्सिमम लॉस कहंदा मैक्सिमम लॉस मैथड मतलब पीसमेल डिस्ट्रीब्यूशन मैथड के अकॉर्डिंग अगर मैक्सिमम लॉस नूं डिवाइड करना है तो पार्टनर विचकार किहड़े रेशो दे विच होऊगा, उन्हां दी प्रॉफिट शेयरिंग रेशो दे विच उहनूं की कीता जांदा है, ट्रांसफर किया जाता है, ठीक है जी। नैक्सट आओ क्वेश्चन नंबर 20 बहुत इंपॉर्टेंट क्वेश्चन है जिहदी आपां गल करन जा रहे हैं हुण। द बैलेंस लैफ्ट मतलब कि एक बैलेंस ही हो गया, कहने का मतलब द बैलेंस इन द कैपिटल अकाउंट। कैपिटल अकाउंट का जो बैलेंस होंदा है, ठीक है, डेजोल्यूशन के टाइम पे पहले मैं इत्थे लिख देना कैपिटल अकाउंट का जो बैलेंस होंदा है वो की लिखते होंगे असीं टू कैश अकाउंट लिखते होंगे जो बैलेंस की फिगर बचती है, या टू बैंक अकाउंट लिखते होंगे, सिंपल जी गल, ठीक है। या फिर अगर क्रेडिट साइड से घटता है या तो असं लिखते हैं बाय कैश लिखते हैं या असं लिखते हैं बाय बैंक अकाउंट लिखते हैं। तो की कहता है द बैलेंस, बैलेंस मतलब ओबवियस प्रॉफिट ही होएगा, है ना। तो इस मीन के कहते मतलब पार्टनर कढ़ा के ले जाएंगे, विड्रॉ नहीं करवा लेंगे। कैपिटल अकाउंट जो बैलेंस होएगा डेजोल्यूशन के टाइम से की ट्रांसफर किया जाऊगा, उन्होंने बैंक अकाउंट च की कर दिता जाऊगा,
ट्रांसफर कर दिता जाएगा। मतलब एंट्री किहड़ी साइड ते पै जूगी, डेबिट साइड ते, जिथे असीं लिखांगे टू कैश अकाउंट, टू बैंक अकाउंट, नीचे लिख देंगे फाइनल पेमेंट। मतलब कि बैंक राही सारी की कर दी जाऊगी, पेमेंट कर दी जाऊगी। उस तो बाद रिपीटेड क्वेश्चन बट लाइन चेंज है। क्वेश्चन नंबर 21 कहता की है अंडर रिकॉर्डेड एसिड्स। हुण इत्थे गल कीती गई रिकॉर्डेड एसिड्स की, अनरिकॉर्डेड की गल नहीं कीती, ਇਹਦੀ ਗੱਲ ਕੀਤੀ ਕਿ ਰਿਕਾਰਡਡ ਐਸਿਡ ਦੀ। ਅਨਰਿਕਾਰਡਡ ਐਸਿਡ ਸੇਮ ਹੀ ਚੀਜ਼ ਹੁੰਦੀ ਹੈ ਜਿਵੇਂ ਰਿਕਾਰਡਡ ਐਸਿਡ ਹੁੰਦੀ ਹੈ, ਬਸ ਰਿਕਾਰਡਡ ਐਸਿਡ ਦੀ ਐਂਟਰੀ ਟ੍ਰਾਂਜ਼ੈਕਟ ਕਰ ਦਿੱਤੀ ਜਾਂਦੀ ਹੈ, ਅਨਰਿਕਾਰਡਡ ਐਸਿਡ ਹਜੇ ਹਿਡਨ ਫੈਕਟਰ ਦੇ ਵਿੱਚ ਰੱਖੀ ਜਾਂਦੀ ਹੈ। ਅੰਡਰ ਅਨਰਿਕਾਰਡਡ ਐਸਿਡ ਟੇਕਨ ਅਵੇ ਬਾय द ਪਾਰਟਨਰ, ਅੱਗੋਂ ਕੋਈ ਪਾਰਟਨਰ ਲੈ ਲੈਂਦਾ ਹੈ, ਅਗਰ ਪਾਰਟਨਰ ਲੈ ਲੈਂਦਾ ਹੈ ਤਾਂ ਕਿਹਨੂੰ ਡੈਬਿਟ ਕਰਾਂਗੇ, ਓਬਵੀਅਸ ਉਹੀ ਪਾਰਟਨਰ ਨੂੰ ਡੈਬਿਟ ਕੀਤਾ ਜਾਊਗਾ ਜਿਹਨੇ ਟੇਕ ਓਵਰ ਕੀਤੀ ਹੋਏਗੀ, ਤਾਂ ਰਿਸੀਵਰ ਸਾਡੇ ਵਾਸਤੇ ਪਾਰਟਨਰ ਬਣ ਜਾਊਗਾ। ਜੋ ਚੀਜ਼ ਚਲੇਗੀ ਤਾਂ ਐਂਟਰੀ ਕੀ ਹੋ ਜੂਗੀ, कैपिटल अकाउंट डेबिट, आई मीन टू पार्टनर कैपिटल अकाउंट डेबिट। ठीक है जी, पार्टनर्स कैपिटल अकाउंट डेबिट टू क्या आ जाएगा इत्थे तुहाडा अपना रियलेशन अकाउंट। रियलेशन अकाउंट असीं की कर देंगे, क्रेडिट कर देंगे, और पार्टनर के कैपिटल अकाउंट असीं की कर देंगे, डेबिट कर देंगे। मतलब कि आंसर जो है साडे वास्ते की है, पार्टनर्स कैपिटल अकाउंट दा की आ जाएगा साडे वास्ते आंसर आ जाएगा। क्वेश्चन नंबर 22 all such assets कहंदा वो सारी एसिटां which had not been taken over by the new firm, अगर किसी नवी फर्म ने नहीं लीती, कदों, during the time of amalgamation। हुण amalgamation की हुंदी है, ए कंपनी का एग्जांपल है XYZ कंपनी, कोई एग्जांपल ले लेना, अगर ए कंपनी दोबारा निकल जाता है, ठीक है, मतलब ए कंपनी कहने का मतलब नहीं कुछ पेमेंट कर पाती बट वो गुडविल मार्केट बहुत ज़्यादा अच्छी है, तो बी किहड़ी कंपनी को टेक ओवर कर लूगी, अपने विच मर्ज कर लूगी, उस मर्जर पॉइंट असीं की बोलते हैं, अमलगामेशन बोलते हैं। All such assets कहंदा की है, अगर कोई एसिड कहंदा हैज नॉट बीन टेकन ओवर बाय द न्यू फर्म, नवी फर्म ने नहीं टेक ओवर की एट द टाइम ऑफ अमलगामेशन, अमलगामेशन के टाइम ते, दैन वो कितने ट्रांसफर कर दी जाऊगी, पार्टनर से कैपिटल अकाउंट से ट्रांसफर कर दी जाऊगी। जो ओबवियसली नवी फर्म ने तो ये चीज़ टेक ओवर की नहीं, तो वो चीज़ में पुराने पार्टनर्स की कर लेंगे, टेक ओवर कर लेंगे। मैं पुराना नहीं कहूँगा, इतने कहूँगा कैपिटल अकाउंट के ट्रांसफर कर दी जाऊगी पार्टनर्स के कैपिटल अकाउंट के। उस तो बाद एक पॉइंट जो क्वेश्चन से बहुत इंपॉर्टेंट सीगा, ठीक है। नैक्सट आओ दी परचेज कंसीडरेशन एट द टाइम ऑफ सेल ऑफ द फर्म। कंपनी बेचनी है, इट मीन कि कोई ना कोई बंदा परचेज करेगा ही करेगा, उस टाइम जो एग्रीमेंट पास होंगे उसे की बोलते हैं, परचेज कंसीडरेशन बोलते हैं। दी परचेज कंसीडरेशन एट द टाइम ऑफ सेल ऑफ द फर्म ऑफ द कंपनी विल बी ट्रांसफर टू, सब तो पहले अगर कंपनी बिकूगी तो अपने एक अकाउंट मेनटेन कर दी जिन्हें रिलेशन अकाउंट बोलते हैं, तो सब तो पहले एंट्री कितने ट्रांसैक्ट की जाऊगी, थोड़े अपने रिलेशन अकाउंट के विच ट्रांसैक्ट की जाऊगी। उस तो बाद क्वेश्चन नंबर 24 की कहता है, बहुत इंपॉर्टेंट पॉइंट है, शेयर्स एंड डिवेंचर रिसीव्ड फ्रॉम द परचेजिंग कंपनी। वो परचेजिंग कंपनी केड़ी हुंदी है, परचेजिंग कंपनी वो पर कंपनी हुंदी है जो परचेज कर रही हुंदी है। अगर परचेजिंग कंपनी ने शेयर और डिवेंचर रिसीव कर लिते ने आर डिस्ट्रीब्यूटेड टू द पार्टनर्स ऑफ द फर्म, तो फर्म के पार्टनर से डिस्ट्रीब्यूट कर दिते जाएंगे। किहड़ी रेशो, ऑब्वियस है वही रेशो होएगी जो उन्होंने अपनी रेशो होएगी। अपनी रेशो मतलब जो कंपनी के ऑलरेडी वैलिड होएगी, जिहड़ा की बोलते हैं प्रॉफिट शेयरिंग रेशो बोलते हैं। आओ आंसर देखते हैं। आंसर विच ऑप्शन है कि फर्स्ट ऑप्शन है तुहाडी अपनी कैपिटल रेशो, सैकेंड पॉइंट है तुहाडी अपनी फाइनल रेशो। फाइनल रेशो कोई रेशो होंदी नहीं, कहना मतलब प्रॉफिट शेयरिंग रेशो ने असीं फाइनल रेशो कह सकते हैं, तो फाइनल क्लेम लिखा तो रेशो सेम ही होंदी है, ठीक है जी। तो आंसर क्या आ जाऊगा, प्रॉफिट शेयरिंग रेशो आ जाऊगा। उस तो बाद क्वेश्चन नंबर 25th क्वेश्चन दे विच की कहता है, इंटरस्ट पेएबल ऑन द कैपिटल अकाउंट ऑफ द पार्टनर। हुण अगर मैं इंटरस्ट की गल करा, इंटरस्ट चार्ज किया गया सी पार्टनर से कैपिटल अकाउंट के उत्ते, तो पार्टनर्स कैपिटल अकाउंट के किहड़े इंटरस्ट नूं असीं क्रेडिट करांगे, तो ऑब्वियस है अगर कैपिटल अकाउंट मेनटेन करते हुए तो वो कोई कैपिटल ते इंटरस्ट लगता है, तो कैपिटल के नाल ही इंटरस्ट भी की कर दिता जाऊगा, क्रेडिट कर दिता जाऊगा। किहड़े अकाउंट दे विच, जिहड़ा अकाउंट उन्होंने मेनटेन किया अपना, उन्होंने असीं किहड़ा अकाउंट बोलते हैं, पार्टनर्स कैपिटल अकाउंट बोलते हैं, ठीक है जी। क्वेश्चन नंबर 26, क्वेश्चन नंबर 26 बहुत इंपॉर्टेंट है, कहता कि 26 क्वेश्चन दे विच डेजोल्यूशन ऑफ द पार्टनरशिप, अगर पार्टनरशिप भंग हो जाती है, मस्ट टेक प्लेस, कदों भंग होगी, या तो एक पार्टनर की हो जाऊगा, कहना मतलब रिटायर हो जाऊगा, तो ओबवियस है उन्होंने अपनी मर्जी है कि कंपनी भी बंद करना चाहते हैं, या फिर उदों पार्टनरशिप बंद हो जूगी जो उन्होंने आपस में रिलेशनशिप खराब होंगे ने, या फिर उदों बंद हो जू जो एक पार्टनर की डैथ हो जाती है। तो हुण जिहड़े नीचे कारण दिते भी वो भी जेन्युइन कारण ने, बट आप जो बहुत ज़्यादा क्लोज वन होएगा आप वही देखना है। फर्स्ट पॉइंट की है, पार्टनर का मिसबिहेवियर, तो पार्टनरशिप बंद हो जूगी।
ਪਾਰਟਨਰ ਅਨਸਾਊਂਡ ਮਾਈਂਡ ਹੋ ਜਾਊਗਾ ਜਾਂ ਪਾਰਟਨਰ ਬਿਜ਼ਨਸ ਜਦੋਂ ਲੋਸ ਦੇ ਵਿੱਚ ਹੋਊਗਾ। ਉਸ ਤੋਂ ਬਾਅਦ ਇਹ ਪੁਆਇੰਟ ਜਿਹੜੀ ਪੁਆਇੰਟ ਬਣਦਾ ਇੱਕ ਪਾਰਟਨਰ ਦੀ ਜੋ ਡੈਥ ਹੋ ਜਾਂਦੀ ਹੈ, ਜੋ ਮੇਰਾ ਆਪਣਾ ਆਨਸਰ ਵੀ ਬਣਦਾ ਹੈ। ਆ ਪਾਰਟਨਰ ਡਾਈਸ, ਇੱਕ ਪਾਰਟਨਰ ਦੀ ਕੀ ਹੋ ਜਾਂਦਾ ਹੈ, ਡੈਥ ਹੋ ਜਾਂਦੀ ਹੈ। ਉਸ ਟਾਈਮ ਦੇ ਵਿੱਚ ਰਿਲੇਸ਼ਨਸ਼ਿਪ ਕੀ ਹੋ ਜਾਂਦੇ ਨੇ, ਪਾਰਟਨਰਸ ਦੇ ਖਤਮ ਹੋ ਜਾਂਦੇ ਨੇ। ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ, ਨੈਕਸਟ ਕੁਐਸਚਨ ਦੇ ਵਿੱਚ ਕੀ ਕਹਿੰਦਾ ਹੈ, ਔਨ ਦਾ ਐਡਮਿਸ਼ਨ ਆਫ ਨਿਊ ਪਾਰਟਨਰ, ਕਹਿੰਦਾ ਕੀ ਹੈ, ਨਵੇਂ ਪਾਰਟਨਰ ਦੀ ਐਡਮਿਸ਼ਨ ਤੇ ਬਹੁਤ ਇੰਪੋਰਟੈਂਟ ਹੈ। ਅਗਰ ਐਸਿਡਸ ਦੀ ਵੈਲਿਊ ਇੰਕਰੀਜ਼ ਹੋ ਜਾਂਦੀ ਹੈ, ਠੀਕ ਹੈ, ਤਾਂ ਉਹਦੇ ਵਾਸਤੇ ਕਿਹੜਾ ਅਕਾਊਂਟ ਬਣੇਗਾ, ਕਿਸ ਅਕਾਊਂਟ ਵਿੱਚ ਅਸੀਂ ਕ੍ਰੈਡਿਟ ਕਰਾਂਗੇ। ਮੈਂ ਤੁਹਾਨੂੰ ਉੱਪਰ ਵੀ ਦੱਸ ਕੇ ਆਇਆ ਸੀ, ਉੱਪਰ ਕੁਐਸਚਨ ਦੇ ਵਿੱਚ ਜਦੋਂ ਅਸੀਂ ਐਡਮਿਸ਼ਨ ਦੀ ਗੱਲ ਕਰਦੇ ਹਾਂ ਤਾਂ ਸਾਡਾ ਕਿਹੜਾ ਅਕਾਊਂਟ ਬਣਦਾ ਹੁੰਦਾ, ਇੱਕ ਰੀਵੈਲਿਊਏਸ਼ਨ ਅਕਾਊਂਟ ਬਣਦਾ। ਉਸ ਟਾਈਮ ਦੇ ਵਿੱਚ ਅਸੀਂ ਰੀਵੈਲਿਊਏਸ਼ਨ ਅਕਾਊਂਟ ਦੇ ਵਿੱਚ ਉਹਨੂੰ ਕੀ ਕਰ ਦਾਂਗੇ, ਕ੍ਰੈਡਿਟ ਕਰ ਦਾਂਗੇ। ਇਹਦਾ ਦੂਸਰਾ ਨਾਮ ਕੀ ਹੁੰਦਾ, ਪ੍ਰੋਫਿਟ ਐਂਡ ਲੋਸ ਐਡਜਸਟਮੈਂਟ ਅਕਾਊਂਟ। ਪ੍ਰੋਫਿਟ ਐਂਡ ਲੋਸ ਅਕਾਊਂਟ ਨਹੀਂ ਕਹਿੰਦਾ, ਜਿਹੜਾ ਪ੍ਰੋਫਿਟ ਲੋਸ ਅਕਾਊਂਟ ਦੇ ਵਿੱਚ ਐਡਜਸਟਮੈਂਟਾਂ ਕੀਤੀਆਂ ਜਾਂਦੀਆਂ ਨੇ ਉਹਨੂੰ ਅਸੀਂ ਐਡਜਸਟਮੈਂਟ ਅਕਾਊਂਟ ਬੋਲਦੇ ਹਾਂ। ਤਾਂ ਉਹਦੇ ਵਿੱਚ ਐਂਟਰੀ ਕੀ ਕਰ ਦਿੱਤੀ ਜਾਊਗੀ, ਕ੍ਰੈਡਿਟ ਕਰ ਦਿੱਤੀ ਜਾਊਗੀ। ਉਸ ਐਂਟਰੀ ਦਾ ਨਾਮ ਕੀ ਹੈ, ਪ੍ਰੋਫਿਟ ਐਂਡ ਲੋਸ ਐਡਜਸਟਮੈਂਟ ਅਕਾਊਂਟ। ਉਸ ਅਕਾਊਂਟ ਦਾ ਨਾਮ ਕੀ ਹੈ, ਪ੍ਰੋਫਿਟ ਐਂਡ ਲੋਸ ਐਡਜਸਟਮੈਂਟ ਅਕਾਊਂਟ ਹੈ, ਜਦੋਂ ਐਸਿਡ ਕੀ ਹੋ ਜੂਗੀ, ਕੋਈ ਵੀ ਇੰਕਰੀਜ਼ ਹੋ ਜੂਗੀ। ਉਸ ਤੋਂ ਬਾਅਦ ਕੁਐਸਚਨ ਨੰਬਰ 28 ਦੇਖੋ, ਚੇਂਜ ਹੋ ਕੇ ਆਇਆ, ਪੁਆਇੰਟ ਉਹੀ ਹੈ, ਇੰਟਰਸਟ ਪੇਏਬਲ ਔਨ ਦਾ ਪਾਰਟਨਰਸ ਕੈਪੀਟਲ। ਅਗਰ ਪਾਰਟਨਰਸ ਕੈਪੀਟਲ ਦੇ ਉੱਤੇ ਕੋਈ ਵੀ ਇੰਟਰਸਟ ਪੇ ਕੀਤਾ ਜਾਂਦਾ ਹੈ ਤਾਂ ਧਿਆਨ ਰੱਖਣਾ, ਇੱਥੇ ਕਿਤੇ ਵੀ ਮੈਂਸ਼ਨ ਨਹੀਂ ਕੀਤਾ ਵੀ ਕਿਹੜੇ ਅਕਾਊਂਟ ਦੀ ਗੱਲ ਕਰਦਾ ਵੇ, ਕਿਹੜੇ ਅਕਾਊਂਟ ਮੇਨਟੇਨ ਕੀਤਾ ਜਾਊਗਾ। ਹੁਣ ਦੇਖੋ ਪਾਰਟਨਰਸ ਰਿਲੇਟਡ ਗੱਲ ਦੀ ਕਰਦਾ, ਪਾਰਟਨਰਸ ਰਿਲੇਟਡ ਗੱਲ ਕਰਦਾ ਵੇ, ਸੋ ਉਹਦੇ ਵਾਸਤੇ ਸਾਡੇ ਵਾਸਤੇ ਦੋ ਅਕਾਊਂਟ ਬਣਦੇ ਨੇ। ਇੱਕ ਤਾਂ ਪ੍ਰੋਫਿਟ ਐਂਡ ਲੋਸ ਅਕਾਊਂਟ ਦਾ ਕੋਈ ਰਿਲੇਸ਼ਨ ਨਹੀਂ ਹੈ, ਪ੍ਰੋਫਿਟ ਲੋਸ ਐਡਜਸਟਮੈਂਟ ਅਕਾਊਂਟ ਜਾਂ ਐਪਰੋਪ੍ਰੀਏਸ਼ਨ ਅਕਾਊਂਟ ਦਾ ਰਿਲੇਸ਼ਨ ਕੋਈ ਵੀ ਨਹੀਂ ਹੈ। ਬਟ ਹੁਣ ਦੇਖੋ ਰਿਲੇਸ਼ਨ ਦੀ ਅਕੋਰਡਿੰਗ ਸਿਰਫ ਇੰਟਰਸਟ ਦੀ ਗੱਲ ਕਰਦਾ ਹੋਇਆ ਤੇ ਇੱਕੋ ਹੀ ਆਂਸਰ ਬਣੂਗਾ ਤੁਹਾਡਾ ਆਪਣਾ ਪ੍ਰੋਫਿਟ ਐਂਡ ਲੋਸ ਐਪਰੋਪ੍ਰੀਏਸ਼ਨ ਅਕਾਊਂਟ, ਠੀਕ ਹੈ। ਐਪਰੋਪ੍ਰੀਏਸ਼ਨ ਅਕਾਊਂਟ ਦੇ ਅਕੋਰਡਿੰਗ ਅਸੀਂ ਕੀ ਕਰਾਂਗੇ, ਇਹਦੇ ਵਿੱਚ ਸਭ ਤੋਂ ਪਹਿਲਾਂ ਇੰਟਰਸਟ ਕੀ ਕੀਤਾ ਜਾਊਗਾ, ਪੇ ਕੀਤਾ ਜਾਊਗਾ। ਹੁਣ ਇਹ ਗੱਲ ਕੀਤੀ ਗਈ ਹੈ ਪ੍ਰੋਫਿਟ ਲੋਸ ਐਪਰੋਪ੍ਰੀਏਸ਼ਨ ਦੀ, ਤੇ ਉਦੋਂ ਯੂਜ਼ ਕੀਤਾ ਜਾਊਗਾ ਜਦੋਂ ਕੰਪਨੀ ਦੀ ਕੀ ਹੁੰਦੀ ਹੈ, ਇੰਟਰ ਦਾ ਟਾਈਮ ਹੁੰਦਾ। ਇੰਟਰ ਮਤਲਬ ਜਦੋਂ ਹਜੇ ਪਾਰਟਨਰਸ਼ਿਪ ਨੂੰ ਕੀ ਕਰਨਾ, ਸਾਨੂੰ ਸਿਰਫ ਉਹ ਇਕੱਲਾ ਐਗਜ਼ਿਸਟੈਂਸ ਦੇ ਵਿੱਚ ਲੈ ਕੇ ਆਉਣਾ ਜਾਂ ਪਾਰਟਨਰਸ਼ਿਪ ਨੂੰ ਕੰਟੀਨਿਊ ਕਰਨਾ, ਜਾਂ ਫਿਰ ਲੋ ਦੇ ਅਕੋਰਡਿੰਗ ਅਸੀਂ ਚੀਜ਼ ਨੂੰ ਲੈ ਕੇ ਚੱਲਦੇ ਹਾਂ। ਉਸ ਟਾਈਮ ਦੇ ਵਿੱਚ ਪ੍ਰੋਫਿਟ ਐਂਡ ਲੋਸ ਐਪਰੋਪ੍ਰੀਏਸ਼ਨ ਅਕਾਊਂਟ ਮੇਨਟੇਨ ਕੀਤਾ ਜਾਂਦਾ ਹੈ, ਠੀਕ ਹੈ ਜੀ। ਨੈਕਸਟ ਅਗਲਾ ਕੁਐਸਚਨ ਜੋ ਨਿਊਮੈਰੀਕਲ ਕੁਐਸਚਨ ਹੈ ਔਰ ਇੰਪੋਰਟੈਂਟ ਵੇ ਵੀ ਹੈ। ਦੇਖੋ ਇੰਪੋਰਟੈਂਟ ਕੁਐਸਚਨ ਕੀ ਕਹਿੰਦਾ ਹੈ, ਏ ਔਰ ਬੀ ਪਾਰਟਨਰ ਨੇ ਫਰਮ ਦੇ ਵਿੱਚ 2:1 ਦੇ ਵਿੱਚ, ਚਲੋ ਸਾਨੂੰ ਪਤਾ ਲੱਗ ਗਿਆ ਕਿ ਏ ਔਰ ਬੀ ਪਾਰਟਨਰ ਨੇ 2:1 ਦੇ ਵਿੱਚ। ਉਸ ਤੋਂ ਬਾਅਦ ਤੇ ਐਡਮਿਟ ਸੀ, ਉਹ ਸੀ ਨੂੰ ਐਡਮਿਟ ਕਰ ਦੇਣ 1/4 ਸ਼ੇਅਰ ਦੇ ਨਾਲ, ਉਹ ਜਿਹੜਾ ਸੀ ਦੇ ਸ਼ੇਅਰ 1/4 ਹੂ ਕੰਟਰੀਬਿਊਟ 30,000 ਫॉर द ਸ਼ੇਅਰ ਆਫ ਗੁੱਡਵਿਲ, ਉਹ 30,000 ਦੀ ਗੁੱਡਵਿਲ ਲੈ ਕੇ ਆਉਂਦਾ ਹੈ। ਹੁਣ ਕਹਿੰਦਾ ਕੀ ਹੈ, 200 ਫਰਮ ਦੀ ਟੋਟਲ ਗੁੱਡਵਿਲ ਕਿੰਨੀ ਹੈ। ਪਹਿਲੀ ਗੱਲ ਤੁਹਾਨੂੰ ਸਭ ਨੂੰ ਪਤਾ ਹੈ, ਜਦੋਂ ਫਰਮ ਦੀ ਟੋਟਲ ਗੁੱਡਵਿਲ ਦਿੱਤੀ ਹੁੰਦੀ ਸੀ ਤਾਂ ਅਸੀਂ 90 ਬੰਦੇ ਦਾ ਸ਼ੇਅਰ ਕੱਢ ਲੈਂਦੇ ਸੀ। ਮੰਨ ਲਓ ਇੱਥੇ 30,000 ਦੀ ਨਵੀਂ ਗੁੱਡਵਿਲ ਹੈ, ਫਰਮ ਦੀ ਹੈ, ਠੀਕ ਹੈ, ਔਰ ਸਾਡੇ ਪਾਸੇ ਸੀ ਦਾ ਜਿਹੜੇ ਸ਼ੇਅਰ ਹੈ ਉਹ 1/4 ਹੈ। ਅਗਰ ਸੀ ਦੇ ਸ਼ੇਅਰ 1/4 ਹੈ ਤਾਂ ਗੁੱਡਵਿਲ ਦਾ ਹਿੱਸਾ ਕਿੰਨਾ ਲੈ ਜਾਊਗਾ, ਉਹ 7500 ਲੈ ਜਾਊਗਾ। ਇਹ ਤਾਂ ਚਲੋ ਕੁਐਸਚਨ ਲਾਈ ਨਹੀਂ ਕਰਦਾ, ਠੀਕ ਹੈ, ਲਾਈ ਨਹੀਂ ਕਰਦਾ, ਇੱਥੇ ਤਾਂ ਮਲਟੀਪਲਾਈ ਹੋ ਗਈ, ਇੱਥੇ ਤਾਂ ਨਵੀਂ ਟੋਟਲ ਫਰਮ ਕੱਢ ਕੇ ਦਿਖਾਣੀ, ਨਾ ਕਿ ਸੀ ਬੰਦੇ ਦਾ ਸ਼ੇਅਰ ਕੱਢ ਕੇ ਦਿਖਾਣਾ ਹੈ। ਹੁਣ ਕੁਐਸਚਨ ਕੀ ਕਹਿੰਦਾ, ਸੀ ਬੰਦਾ 30,000 ਦੀ ਗੁੱਡਵਿਲ ਲੈ ਕੇ ਆਇਆ ਤਾਂ ਨਵੀਂ ਫਰਮ ਦਾ ਦੱਸੋ ਕਿੰਨੀ ਗੁੱਡਵਿਲ ਹੋਊਗੀ। ਤਾਂ ਸਿੰਪਲ ਜੀ ਗੱਲ ਕੱਢ ਸਕਦੇ ਹੋ, ਫਾਰਮੂਲਾ ਹੁੰਦਾ ਹੈ ਟੋਟਲ ਗੁੱਡਵਿਲ ਫਰਮ ਦੀ ਕੱਢਣ ਵਾਸਤੇ, ਜਿਹੜਾ 30,000 ਹੈ ਉਹਨੂੰ ਡਿਵਾਈਡ ਇੱਧਰ, ਅਗਰ ਇੱਧਰ ਮਲਟੀਪਲਾਈ ਦੇ ਵਿੱਚ ਹੈ ਤਾਂ ਉਹਦੇ ਆ ਕੇ ਕੀ ਹੋ ਜਾਊਗਾ, ਇਹ ਮਤਲਬ ਕਿ ਜੇ ਇਹ ਇੱਧਰ ਸਾਈਡ ਤੇ ਡਿਵਾਈਡ ਦੇ ਵਿੱਚ ਹੈ ਤਾਂ ਉਹਦੇ ਆ ਕੇ ਕੀ ਹੋ ਜਾਊਗਾ, ਮਲਟੀਪਲਾਈ ਦੀ ਫਾਰਮ ਦੇ ਵਿੱਚ ਹੋ ਜਾਊਗਾ। 30,000 ਨੂੰ 4 ਨਾਲ ਸਿੱਧਾ ਮਲਟੀਪਲਾਈ ਕਰ ਲਓ, ਟੋਟਲ ਫਰਮ ਦੀ ਗੁੱਡਵਿਲ ਪਤਾ ਲੱਗ ਜਾਊਗੀ, ਯਾਨੀ ਕਿ ਆਨਸਰ ਦੇ ਅਕੋਰਡਿੰਗ ਜਿਹੜਾ ਆਊਗਾ ਤੁਹਾਡਾ ਆਪਣਾ 1,20,000 ਤੁਹਾਡਾ ਕੀ ਆ ਜਾਊਗਾ, ਆਨਸਰ ਆ ਜਾਊ। ਅਗਰ ਟੋਟਲ ਫਰਮ ਦੀ ਗੁੱਡਵਿਲ ਕੱਢਣੀ ਹੈ, ਅਗਰ ਹਿੱਸਾ ਕੱਢਣਾ ਹੈ ਫਿਰ ਡਿਵਾਈਡ ਹੋ ਜਾਊਗਾ। ਹੁਣ ਦੇਖੋ ਅਗਲਾ ਕੁਐਸਚਨ ਕੀ ਕਹਿੰਦਾ ਹੈ, ਉਹ ਜਿਹੜੀ ਗੁੱਡਵਿਲ ਆਫ ਦੀ ਫਰਮ ਹੈ, ਮਤਲਬ ਫਰਮ ਦੀ ਜਿਹੜੀ ਗੁੱਡਵਿਲ ਹੈ, ਫਰਮ ਕਿੰਨਾ ਦੀ ਹੈ, ਐਮ ਔਰ ਵੀ ਦੀ ਹੈ, ਠੀਕ ਹੈ। ਉਹ ਗੁੱਡਵਿਲ ਕਿੰਨੇ ਦੀ ਹੈ, 30,000 ਦੀ ਹੈ। ਇਟ ਇਜ਼ ਅਪੀਅਰ ਇਨ ਦ ਬੁੱਕਸ 12,000। ਦੇਖੋ 30,000 ਦੇ ਵਿੱਚੋਂ 12,000 ਦੀ ਤਾਂ ਆਲਰੇਡੀ ਅਪੀਅਰਡ ਹੀ ਹੈ, ਉਹ ਤੁਹਾਨੂੰ ਮਿਲਣੀ ਨਹੀਂ ਨਵੇਂ ਬੰਦੇ ਨੂੰ, ਨਵੇਂ ਬੰਦੇ ਨੂੰ ਮਿਲੂਗੀ ਇਹਦੇ ਵਿੱਚੋਂ 18,000 ਦੇ ਵਿੱਚ ਮਿਲੂਗੀ। ਇਹਦਾ ਜਿਹੜਾ ਹਿੱਸਾ ਬਣਦਾ ਤੁਹਾਡਾ ਕਿੰਨਾ ਬਣਦਾ, 1/4 ਬਣਦਾ ਹੈ। ਦੱਸੋ ਕਹਿੰਦਾ ਉਹਨੂੰ ਗੁੱਡਵਿਲ ਦੀ ਅਮਾਊਂਟ ਕਿੰਨੀ ਬਣੂਗੀ। ਹੁਣ ਓਬਵੀਅਸ ਹੈ ਬੱਚੀ ਕਿੰਨੀ ਹੈ, ਫਰਮ ਦੀ ਗੁੱਡਵਿਲ ਅਪੀਅਰਡ ਹੋਣ ਤੋਂ ਬਾਅਦ 18,000, ਸ਼ੇਅਰ ਕਿੰਨਾ ਬਣਦਾ 4, ਡਿਵਾਈਡ ਕਰਕੇ ਦੇਖ ਲਿਓ, ਆਨਸਰ ਬਣ ਜਾਊਗਾ ਤੁਹਾਡਾ ਆਪਣਾ 4500। ਇਸ ਤਰ੍ਹਾਂ ਕੁਐਸਚਨ ਪੁੱਛੇ ਜਾ ਸਕਦੇ ਨੇ, ਤਾਂ ਹੀ ਕਹਿ ਰਿਹਾ ਵੱਧ ਤੋਂ ਵੱਧ ਇਸ ਚੀਜ਼ ਨੂੰ ਕਰਨ ਦੀ ਕੋਸ਼ਿਸ਼ ਕਰੋ, ਪ੍ਰੈਕਟਿਸ ਦੇ ਵਿੱਚ ਹੀ ਸਾਰਾ ਕੁਝ ਹੋਏਗਾ, ਠੀਕ ਹੈ। ਕੁਐਸਚਨ ਨੰਬਰ 31, ਕੁਐਸਚਨ ਨੰਬਰ 31 ਕੀ ਕਹਿੰਦਾ ਹੈ, LMNO ਇਕੁਅਲ ਪਾਰਟਨਰ ਨੇ, ਇਕੁਅਲ ਪਾਰਟਨਰ ਨੇ ਤਾਂ ਇੱਥੇ ਗੱਲ ਕੀਤੀ ਕਿ ਇਕੁਅਲ ਪਾਰਟਨਰ ਦੀ। ਉਸ ਤੋਂ ਬਾਅਦ ਕਹਿੰਦਾ ਕੀ ਹੈ, HMO ਇਹਦੇ ਵਿੱਚ ਡਾਈ ਟੂਗੇਦਰ, ਇਕੱਠੇ ਮਰ ਜਾਂਦੇ ਨੇ ਇੱਕ ਐਕਸੀਡੈਂਟ ਦੇ ਵਿੱਚ, ਠੀਕ ਹੈ। ਤਾਂ ਰਿਜ਼ਲਟ ਕੀ ਹੋਊਗਾ, ਹੁਣ ਤੁਹਾਡੇ ਸਾਹਮਣੇ ਇਹਦੇ ਵਿੱਚ ਗੱਲ ਕੀਤੀ ਜਾਵੇ ਤਾਂ ਡੈਥ ਕਿਹਦੀ ਹੋ ਚੁੱਕੀ ਹੈ, H ਨਹੀਂ ਹੈ ਤੇ L ਹੈ, LMO ਦੀ ਡੈਥ ਹੋ ਚੁੱਕੀ ਹੈ।
एन बंदा बच गया गला, एन बंदा पार्टनरशिप नहीं चला सकता, पार्टनरशिप फर्म भी खत्म हो जूगी और पार्टनरशिप का मतलब कि डेसोल्यूशन ऑफ फर्म भी हो जूगा और डेसोल्यूशन ऑफ पार्टनरशिप, दोनों चीज़ें खत्म हो। सब तो पहला पार्टनरशिप खत्म हो जूगी, बाद की हो जूगी फॉर्म खत्म हो जूगी। उस तो बाद क्वेश्चन नंबर 32, क्वेश्चन नंबर 32 च की कहता है, क्वेश्चन नंबर 32 है ABC इक्वल पार्टनर है। चलो ठीक है, 1/3 1/3 1/3 या 1:1:1 ਦੇ ਵਿੱਚ ਪਾਰਟਨਰਸ ਨੇ, ਹਨਾ, 1 ਰੁਪਏ ਨੂੰ ਮਿਲ ਜੂ, 1 ਰੁਪਏ ਨੂੰ ਮਿਲ ਜੂ, 1 ਰੁਪਏ ਨੂੰ ਮਿਲ ਜੂਗਾ। ABC ਇਕੁਅਲ ਪਾਰਟਨਰ ਨੇ ਆਫਟਰ ਸੈਲਿੰਗ 올 ਦੀ ਐਸਿਡ, ਸਾਰੀ ਐਸਿਡਾਂ ਵੇਚਣ ਤੋਂ ਬਾਅਦ, ਪੇਇੰਗ 올 ਦੀ ਲਿਬਿਲਿਟੀ ਪੇ ਕਰਨ ਤੋਂ ਬਾਅਦ ਪ੍ਰੋਫਿਟ ਜਿਹੜਾ ਬਚਦਾ ਹੈ ਰੀਅਲੇਸ਼ਨ ਅਕਾਊਂਟ ਦਾ, ਠੀਕ ਹੈ, ਉਹ ਕੈਪੀਟਲ ਅਕਾਊਂਟ ਦੇ ਵਿੱਚ ਕੀ ਹੋਊਗਾ, 8000 A ਨੂੰ ਮਿਲ ਜੂਗਾ, B ਨੂੰ ਮਿਲ ਜੂਗਾ 5000 ਦਾ, C ਨੂੰ ਮਿਲ ਜਾਓ 1000 ਦਾ। ਦੱਸੋ ਕੈਸ਼ ਇਨ ਹੈਂਡ ਕਿੰਨਾ ਬਚੂਗਾ। ਤਾਂ ਅਗਰ ਮੈਂ ਗੱਲ ਕਰਾਂ ਕੈਸ਼ ਇਨ ਹੈਂਡ ਦੇ ਅਕੋਰਡਿੰਗ, ਤਾਂ ਕੁਐਸਚਨ ਪਹਿਲੇ ਦੁਬਾਰਾ ਤੋਂ ਫਿਰ ਦੇਖੋ ਕੀ ਕਹਿੰਦਾ ਹੈ, ABC ਇਕੁਅਲ ਪਾਰਟਨਰ ਨੇ। ਚਲੋ ਤੁਹਾਡੇ ਸਾਹਮਣੇ ABC ਅਗਰ ਇਕੁਅਲ ਪਾਰਟਨਰ ਨੇ, ਵੈਲ ਐਂਡ ਗੁੱਡ ਹੈ, ਐਸਿਡ ਸਾਰੀ ਵੇਚ ਦਿੱਤੀਆਂ, ਲਾਇਬਿਲਿਟੀਆਂ ਸਾਰੀ ਪੇ ਕਰ ਦਿੱਤੀਆਂ, ਉਹ ਜਿਹੜਾ ਪ੍ਰੋਫਿਟ ਸ਼ੇਅਰਿੰਗ ਹੋਇਆ ਉਹ ਕਿੰਨਾ ਹੋਇਆ, A ਨੂੰ 8000 ਦਾ ਔਰ 5000 ਦਾ B ਨੂੰ ਮਿਲਿਆ, ਔਰ C ਨੂੰ ਕਿੰਨਾ ਮਿਲਿਆ ਤੁਹਾਡਾ ਆਪਣਾ 1000 ਦਾ। ਤੇ ਦੱਸੋ ਵਟ ਦਾ ਅਮਾਊਂਟ ਆਫ ਕੈਸ਼ ਇਨ ਹੈਂਡ, ਕੈਸ਼ ਇਨ ਹੈਂਡ ਦੇ ਵਿੱਚ ਅਮਾਊਂਟ ਕਿੰਨੀ ਪਊਗੀ। ਤੇ ਡੈਬਿਟ ਕ੍ਰੈਡਿਟ ਮਾਈਨਸ ਕਰਕੇ ਦੇਖ ਲੈਣਾ, 8 ਤੋਂ 5 ਯਾਨੀ ਕਿ ਇੱਥੇ ਕਿੰਨਾ ਬਚ ਗਿਆ 3000, 3000 ਦੇ ਵਿੱਚੋਂ C ਨੂੰ ਮਿਲ ਗਿਆ 1000, ਤਾਂ ਓਬਵੀਅਸਲੀ ਕੈਸ਼ ਕਿੰਨਾ ਬਚੂਗਾ ਤੁਹਾਡਾ ਆਪਣਾ 2000 ਦਾ। ਠੀਕ ਹੈ, ਸਿੰਪਲ ਕੁਐਸਚਨ ਸੀ ਬਟ ਥੋੜਾ ਉਲਝਣ ਵਾਲਾ ਕੁਐਸਚਨ ਸੀ, ਧਿਆਨ ਨਾਲ ਪੜ੍ਹਨਾ। ਠੀਕ ਹੈ ਜੀ, ਨੈਕਸਟ ਕੁਐਸਚਨ ਤਾਂ ਕੁਐਸਚਨ ਨੰਬਰ 33 ਕੀ ਕਹਿੰਦਾ ਹੈ, ਵੈਨ ਦ ਪਾਰਟਨਰ ਰਿਟਾਇਰ, ਚਲੋ ਰਿਟਾਇਰ ਹੋ ਗਿਆ, डिक्रीज इन द वैल्यू ऑफ एसिड, ओबवियस है, और वास्ते एक अकाउंट बनता होंगे, उन्होंने असी रियल रिवैल्यूएशन अकाउंट बोलते हैं, आई मीन टू से प्रॉफिट लॉस एडजस्टमेंट अकाउंट बोलते हैं। अगर वो किसी लायबिलिटी की एंट्री डिक्रीज हो जाती है तो क्रेडिट कि होगी, एको अकाउंट बनता है जिन्हें असी रिवैल्यूएशन अकाउंट बोलते हैं। इतने रिवैल्यूएशन अकाउंट नहीं दिता, ऑप्शन दिता कि ऑप्शन के अकॉर्डिंग प्रॉफिट लॉस एडजस्टमेंट अकाउंट, प्रॉफिट लॉस एडजस्टमेंट अकाउंट का अगला नाम की होंगे, अदर नेम की होंगे, रिवैल्यूएशन अकाउंट ही होंगे। ठीक है जी, नैक्सट आओ अगला पॉइंट, ਹੁਣ ਇਹਦੇ ਵਿੱਚ ਗੱਲ ਕੀਤੀ ਗਈ ਹੈ ਔਨ ਦ ਡੈਸੋਲੂਸ਼ਨ ਦੀ ਫਰਮ, ਅਗਰ ਫਰਮ ਦਾ ਭੰਗ ਹੋ ਜਾਂਦੀ ਹੈ ਜਾਂ ਫਰਮ ਦੇ ਦੀਵਾਰਾਂ ਨਿਕਲ ਜਾਂਦਾ ਹੈ, ਐਨ ਅਮਾਊਂਟ ਇਜ਼ ਰੀਅਲਾਈਜ਼ਡ, ਜੋ ਵੀ ਅਮਾਊਂਟ ਰੀਅਲਾਈਜ਼ ਹੋਈ ਹੈ ਸਾਡੀ ਅਨਰਿਕਾਰਡਡ ਐਸਿਡਸ ਤੋਂ, ਤਾਂ ਕਿਹੜੇ ਅਕਾਊਂਟ ਦੇ ਵਿੱਚ ਕਰ ਦਿੱਤੀ ਜਾਊਗੀ। ਤੁਹਾਨੂੰ ਸਭ ਨੂੰ ਪਤਾ ਹੈ ਜਦੋਂ ਫਰਮ ਡੈਸੋਲੂਟ ਹੁੰਦੀ ਹੈ ਤਾਂ ਇੱਕੋ ਅਕਾਊਂਟ ਮੇਨਟੇਨ ਕੀਤਾ ਜਾਂਦਾ, ਉਸ ਅਕਾਊਂਟ ਦਾ ਨਾਮ ਕੀ ਹੈ, ਰੀਅਲੇਸ਼ਨ ਅਕਾਊਂਟ ਹੈ, ਉਸ ਅਕਾਊਂਟ ਦਾ ਨਾਮ ਕੀ ਹੈ, ਰੀਅਲੇਸ਼ਨ ਅਕਾਊਂਟ ਹੈ। ਠੀਕ ਹੈ ਜੀ, ਕੁਐਸਚਨ ਨੰਬਰ 35 बहुत इंपॉर्टेंट क्वेश्चन है, जो रिपीटेड क्वेश्चन है पर थोड़ा लाइन चेंज की गई है। वैन द फर्म इज डिसॉल्व, जो फर्म की हो जाती है डिसॉल्व हो जाती है, तो गुडविल अकाउंट इज क्लोज्ड, गुडविल अकाउंट क्लोज कर दिता जाऊगा, मतलब कि डिसॉल्व की है तो एको अकाउंट बनता होंगे, अकाउंट केड़ा होंगे तुहाडा अपना रियलेशन अकाउंट, केड़ा अकाउंट होएगा तुहाडा अपना रियलेशन अकाउंट। वैन द फर्म इज डिसॉल्व गुडविल अकाउंट इज क्लोज्ड, गुडविल अकाउंट बंद कर दिता जाऊगा, की ट्रांसफर करके रियलेशन अकाउंट के की किया जाऊगा, वो ट्रांसफर कर दिया जाऊगा। क्वेश्चन के अकॉर्डिंग थोड़ा पता नहीं लगना भी अकाउंट बनूगा की है, जनरेटरी है, पर ऑप्शन देख लेना, ऑप्शन के थोड़ी अपनी की चीज़ें लिखी गई ने, कैपिटल अकाउंट ऑफ द पार्टनर, रिवैल्यूएशन अकाउंट, रियलेशन अकाउंट या प्रॉफिट एंड लॉस अकाउंट। हम डेसोल्यूशन है तो ऑब्वियस एक अकाउंट मेनटेन होएगा, तो साडे वास्ते अकाउंट का नाम की है, रियलेशन अकाउंट होएगा। उस तो बाद नैक्सट पॉइंट की है, वैन द टू फर्म अमलगामेट, जो दो फर्मा इकट्ठियां हो जांदियां ने या दो फर्मा एक दूसरे विच मर्ज हो जांदियां ने, तो जिहड़ा जनरल रिजर्व है, तुहानूं सब नूं पता है जनरल रिजर्व पुराना रिजर्व हुंदा है, ये पार्टनर्स कैपिटल अकाउंट दे विच ही ट्रांसफर हुंदा है, या मेन रिस्पोंसिबल कौन हुंदे ने, पार्टनर्स ही हुंदे ने। तो ऑप्शन एक ही बनदी है इहदे विचों किहड़े है कि पार्टनर्स अकाउंट दे विच की कर दित्ता जाऊगा, ये ट्रांसफर कर दित्ता जाऊगा। क्वेश्चन नंबर 37 कहंदा की है इन पार्टनरशिप, चलो ये तो इंट्रो का पॉइंट आ गया, कहना पार्टनरशिप दे विच एक जिहड़ा माइनर हुंदा है, ठीक है, कि वह पार्टनर बन सकता है नहीं बन सकता। ठीक है, पहली गल ध्यान रखियो, क्वेश्चन ये नहीं पूछा गया कि पार्टनर बन सकता कि नहीं बन सकता, कहना पार्टनर की माइनर कौन होगा, माइनर एडमिट किया जा सकता कि नहीं किया जा सकता, एडमिट किया तो जा सकता है अगर वो माइनर पार्टनर की होंदा होवे, कोई बैनीफिट होंदा होवे। पहली गल तो कान भी पार्टनर, ठीक है, सही ऑप्शन है, पार्टनर नहीं बन सकता, बट उन्होंने असी एडमिट कर सकते हैं एज अ पार्टनर तौर पर अगर वो की होगा बैनीफिट होगा। लेकिन अगर कल्ले पार्टनर की गल की जाए तो पार्टनर को प्रॉफिट भी होंगे लॉस भी। लेकिन अगर माइनर की गल करा तो माइनर कभी भी लॉस वास्ते एडमिट नहीं करते, सिर्फ बैनीफिट वास्ते की करते हैं, ट्रांसफर करते हैं। उस तो बाद नैक्सट क्वेश्चन है 38 क्वेश्चन। 38 क्वेश्चन की कहता है इंटरस्ट ऑन द ड्राइंग ऑफ द पार्टनर, पार्टनर की ड्राइंग उत्ते की लगे, इंटरस्ट लगे,
ਤਾਂ ਓਬਵੀਅਸ ਹੈ ਇੰਟਰਸਟ ਲੱਗਿਆ। ਡਰਾਇੰਗ ਉਹ ਹੁੰਦੀ ਹੈ ਜੋ ਕਰੰਟ ਟਾਈਮ ਦੇ ਵਿੱਚ ਕਢਵਾਉਂਦੇ ਆ, ਤਾਂ ਕਰੰਟ ਟਾਈਮ ਦੇ ਵਿੱਚ ਕਢਵਾਉਂਦੇ ਆ ਤਾਂ ਪਾਰਟਨਰਸ ਦੇ ਕਿਹੜੇ ਅਕਾਊਂਟ ਦੇ ਵਿੱਚ ਡਰਾਇੰਗ ਅਕਾਊਂਟ ਇੰਟਰਸਟ ਡੈਬਿਟ ਹੋਊਗਾ। ਤਾਂ ਕੁਐਸਚਨ ਕੁਛ ਵੀ ਹੋ ਸਕਦਾ, ਇੱਥੇ ਅਕਾਊਂਟੈਂਟ ਨਹੀਂ ਹੈਗਾ, ਇੱਥੇ ਅਕਾਊਂਟਸ ਹੀ ਹੈ। ਤਾਂ ਪਾਰਟਨਰਸ ਕੈਪਿਟਲ ਅਕਾਊਂਟ ਦੇ ਵਿੱਚ ਠੀਕ ਹੈ ਡੈਬਿਟ ਹੋਏਗਾ, ਇੰਟਰਸਟ ਅਕਾਊਂਟ ਦੇ ਵਿੱਚ ਡੈਬਿਟ ਹੋਏਗਾ, ਪਾਰਟਨਰਸ ਕਰੰਟ ਅਕਾਊਂਟ ਦੇ ਵਿੱਚ ਡੈਬਿਟ ਹੋਏਗਾ ਜਾਂ ਪ੍ਰੋਫਿਟ ਲੋਸ ਅਕਾਊਂਟ ਦੇ ਵਿੱਚ ਡੈਬਿਟ ਹੋਏਗਾ। ਤੁਹਾਨੂੰ ਸਭ ਨੂੰ ਪਤਾ ਹੈ ਡਰਾਇੰਗ ਪਾਰਟਨਰਸ ਨਾਲ ਰਿਲੇਟ ਕਰਦੀ ਹੈ। ਹੁਣ ਇੱਥੇ ਆਪਸ਼ਨਾਂ ਦੋ ਬਣਦੀਆਂ ਨੇ, ਇੱਕ ਏ ਆਪਸ਼ਨ ਵੀ ਬਣ ਸਕਦੀ ਹੈ, ਇੱਕ ਸੀ ਆਪਸ਼ਨ ਵੀ ਬਣ ਸਕਦੀ ਹੈ। ਬਾਕੀ ਦੋ ਆਪਸ਼ਨਾਂ ਨਹੀਂ ਬਣ ਸਕਦੀਆਂ, ਨਾ ਬੀ ਬਣੂਗੀ ਨਾ ਡੀ ਬਣੂਗੀ। ਏ ਆਪਸ਼ਨ ਔਰ ਸੀ ਆਪਸ਼ਨ ਬਣ ਸਕਦੀ ਹੈ, ਲੇਕਿਨ ਆਪਾਂ ਦੇਖ ਸਕਦੇ ਹਾਂ ਕਿ ਜਿਹੜਾ ਬਹੁਤ ਜ਼ਿਆਦਾ ਕਲੋਜ਼ਡ ਹੈ। ਇੱਥੇ ਵਰਡ ਕੀ ਆ ਗਿਆ ਕਰੰਟ ਅਕਾਊਂਟ, ਇੱਥੇ ਵਰਡ ਕੀ ਆ ਗਿਆ ਕਰੰਟ ਅਕਾਊਂਟ। ਕਰੰਟ ਅਕਾਊਂਟ ਦੇ ਵਿੱਚ ਇਹ ਡੈਬਿਟ ਹੋਊਗਾ, ਜਿਹੜਾ ਜ਼ਿਆਦਾ ਕਲੋਜ਼ ਹੋਊਗਾ ਨਾ ਉਹਦੇ ਵਿੱਚ ਐਂਟਰੀ ਦੇਖੋਗੇ ਪਾਇਆ ਜਾ ਸਕਦਾ ਪਾਰਟਨਰਸ ਕੈਪਿਟਲ ਅਕਾਊਂਟ ਦੇ ਵਿੱਚ ਵੀ, ਲੇਕਿਨ ਜਿਹੜਾ ਡੈਬਿਟ ਕੀਤਾ ਜਾਊਗਾ ਤੁਹਾਡਾ ਕਿਹੜੇ ਵਿੱਚ ਕੀਤਾ ਜਾਊਗਾ ਕਰੰਟ ਅਕਾਊਂਟ 'ਚ ਡੈਬਿਟ ਕਰ ਦਿੱਤਾ ਜਾਊਗਾ। ਠੀਕ ਹੈ ਜੀ। ਕੁਐਸਚਨ ਨੰਬਰ 39, ਕੁਐਸਚਨ ਨੰਬਰ 39 ਕੀ ਕਹਿੰਦਾ ਸੈਕਰੀਫਾਈਸ ਰੇਸ਼ੋ ਆਲਰੇਡੀ ਦੱਸ ਹੀ ਚੁੱਕਿਆ ਸੀਗਾ, ਕਿਹਦੇ ਵਿੱਚ ਕਦੋਂ ਯੂਜ਼ ਕੀਤੀ ਜਾਂਦੀ ਹੈ ਐਡਮਿਸ਼ਨ ਦੇ ਵਿੱਚ, ਰਿਟਾਇਰਮੈਂਟ ਦੇ ਵਿੱਚ, ਡੈਥ ਦੇ ਵਿੱਚ ਜਾਂ ਆਲ ਆਫ ਅਬਵ। ਦੇਖੋ ਤੁਹਾਡੇ ਸਾਹਮਣੇ ਇੱਥੇ ਸੈਕਰੀਫਾਈ ਰੇਸ਼ੋ ਦੀ ਗੱਲ ਕੀਤੀ ਗਈ ਹੈ, ਤਾਂ ਸੈਕਰੀਫਾਈ ਰੇਸ਼ੋ ਦੇ ਅਕੋਰਡਿੰਗ ਇਹ ਆਪਸ਼ਨ ਗਲਤ ਹੈ, ਆਲ ਆਫ ਅਬਵ। ਡੈਥ ਦੀ ਆਪਸ਼ਨ ਗਲਤ ਹੈ, ਰਿਟਾਇਰਮੈਂਟ ਦੀ ਆਪਸ਼ਨ ਗਲਤ ਹੈ, ਤਾਂ ਐਡਮਿਸ਼ਨ ਠੀਕ ਰਹੂਗਾ ਕਿ ਐਡਮਿਸ਼ਨ ਆਫ ਪਾਰਟਨਰ ਵਿੱਚ ਅਸੀਂ ਸੈਕਰੀਫਾਈ ਰੇਸ਼ੋ ਨੂੰ ਕੀ ਕਰਦੇ ਹਾਂ ਯੂਜ਼ ਕਰਦੇ ਹਾਂ, ਕਿਉਂਕਿ ਰਿਟਾਇਰਮੈਂਟ ਦੇ ਵਿੱਚ ਗੇਨ ਰੇਸ਼ੋ ਯੂਜ਼ ਹੁੰਦੀ ਹੈ, ਰੀਅਲਾਈਜ਼ੇਸ਼ਨ ਅਕਾਊਂਟ ਦੇ ਵਿੱਚ ਤੁਹਾਡੀ ਆਪਣੀ ਨਿਊ ਰੇਸ਼ੋ ਕੀਤੀ ਜਾਂਦੀ ਹੈ ਯੂਜ਼ ਕੀਤੀ ਜਾਂਦੀ ਹੈ। ਠੀਕ ਹੈ ਜੀ। ਨੈਕਸਟ ਆਓ ਅਗਲਾ ਕੁਐਸਚਨ ਤੁਹਾਡਾ ਆਪਣਾ ਨੂਮੈਰੀਕਲ ਕੁਐਸਚਨ ਹੈ। ਇਸ ਨੂਮੈਰੀਕਲ ਕੁਐਸਚਨ ਦੇ ਵਿੱਚ ਕੀ ਕਹਿੰਦਾ ਕੈਪੀਟਲ ਆਫ EMPLOYED ਆਫ ਦੀ ਬਿਜ਼ਨਸ ਇਸ 1.5 ਲੱਖ। ਜਿਹੜੀ ਕੰਪਨੀ ਦੀ ਕੈਪੀਟਲ EMPLOYED ਹੈ ਉਹ ਕਿੰਨੇ ਦੀ ਹੈ 1.5 ਲੱਖ ਦੀ ਹੈ। ਔਰ ਜਿਹੜਾ ਪ੍ਰੋਫਿਟ ਹੈ ਉਹ ਪ੍ਰੋਫਿਟ ਹੈਗਾ ਤੁਹਾਡਾ ਆਪਣਾ 50,000 ਰੁਪਏ ਦਾ। ਠੀਕ ਹੈ। ਉਸ ਤੋਂ ਬਾਅਦ ਜਿਹੜਾ ਰੇਟ ਆਫ ਰਿਟਰਨ ਹੈ ਆਈ ਮੀਨ ਟੂ ਸੇ ਅਗਰ ਮੈਂ ਗੱਲ ਕਰਾਂ ਜਿਹੜਾ ਪ੍ਰੋਫਿਟ ਦੀ ਰੇਸ਼ੀਓ ਆ 20% ਹੈ। ਉਸ ਤੋਂ ਦੱਸੋ ਕਹਿੰਦਾ ਗੁੱਡਵਿਲ ਅਮਾਊਂਟ ਕਿਸ ਤਰ੍ਹਾਂ ਨਿਕਲੂਗੀ। ਗੁੱਡਵਿਲ ਅਮਾਊਂਟ ਕਿਸ ਤਰ੍ਹਾਂ ਨਿਕਲੂਗੀ ਕਿਹੜੇ ਮੈਥਡ ਦੇ ਅਕੋਰਡਿੰਗ ਇਹ ਕੁਝ ਨਹੀਂ ਪਤਾ, ਕੁਝ ਵੀ ਦੱਸਿਆ ਗਿਆ, ਪਰ ਕੁਐਸਚਨ ਦੇ ਅਕੋਰਡਿੰਗ ਸਾਨੂੰ ਕੀ ਕਹਿੰਦਾ ਕੀ ਹੈ ਜਿਹੜਾ ਐਵਰੇਜ ਪ੍ਰੋਫਿਟ ਹੈ ਉਹ ਸਾਡੇ ਵਾਸਤੇ ਕਿੰਨੇ ਦਾ ਹੈ। ਸਾਡੇ ਵਾਸਤੇ ਉਹ ਐਵਰੇਜ ਪ੍ਰੋਫਿਟ ਹੈਗਾ ਤੁਹਾਡਾ ਆਪਣਾ 50,000 ਦਾ। ਕਿੰਨੇ ਦਾ ਉਹ ਤੁਹਾਡਾ ਆਪਣਾ 50,000 ਦਾ। ਜਿਹੜੀ ਕੈਪੀਟਲ EMPLOYED ਹੈ ਉਹ ਸਾਡੇ ਵਾਸਤੇ ਕਿੰਨੇ ਦੀ ਹੈ ਤੁਹਾਡੀ ਆਪਣੀ 1.5 ਲੱਖ ਰੁਪਏ ਦੀ। 1.5 ਲੱਖ ਰੁਪਏ ਦੀ। ਉਸ ਦਾ ਜਿਹੜਾ ਰੇਟ ਆਫ ਰਿਟਰਨ ਹੈ ਆਈ ਮੀਨ ਟੂ ਸੋ ਕਿੰਨੇ ਪਰਸੈਂਟ ਤੁਹਾਡਾ ਆਪਣਾ 20% ਹੈ। ਤਾਂ ਕੁਐਸਚਨ ਦੇ ਅਕੋਰਡਿੰਗ ਸਿੰਪਲ ਪੁਆਇੰਟ ਹੈ, ਸਿੰਪਲ ਕੁਐਸਚਨ ਹੈ। ਪਹਿਲਾਂ ਤਾਂ ਫਸਟ ਪੁਆਇੰਟ ਤੁਸੀਂ ਕੱਢ ਲਓਗੇ, ਇਹਦੇ ਵਿੱਚ ਕੈਪੀਟਲ ਵੈਲਿਊ ਕੱਢ ਲਓਗੇ। ਕੈਪੀਟਲ ਵੈਲਿਊ ਕਿਵੇਂ ਨਿਕਲਦੀ ਹੁੰਦੀ ਹੈ, ਕੈਪੀਟਲ ਵੈਲਿਊ ਦਾ ਫਾਰਮੂਲਾ ਹੁੰਦਾ ਹੈ ਐਵਰੇਜ ਪ੍ਰੋਫਿਟ। ਠੀਕ ਹੈ ਜੀ। ਉਸ ਤੋਂ ਬਾਅਦ ਮਲਟੀਪਲਾਈ 100 ਡਿਵਾਈਡ ਬਾਈ ਜਿੰਨੀ ਉਹਨਾਂ ਨੇ ਗਰੋਥ ਰੇਟ ਦਿੱਤੀ ਦੀ ਉਹ ਸਾਰੀ ਚੀਜ਼। ਐਵਰੇਜ ਪ੍ਰੋਫਿਟ ਦਿੱਤਾ ਹੈ ਤੁਹਾਡਾ ਆਪਣਾ 50,000 ਦਾ, ਮਲਟੀਪਲਾਈ ਹੋ ਜਾਊਗਾ 100 ਡਿਵਾਈਡ ਬਾਈ 20, ਤਾਂ ਆ ਜਾਊਗਾ ਘਟਾ ਕੇ ਤੁਹਾਡਾ ਆਪਣਾ 5 ਦਾ। ਤਾਂ ਜਿਹੜਾ ਕੈਪੀਟਲ ਵੈਲਿਊ ਨਿਕਲ ਜੂਗੀ ਤੁਹਾਡੀ ਉਹ ਕਿੰਨੇ ਦੀ ਨਿਕਲ ਜੂ ਤੁਹਾਡੀ ਆਪਣੀ 2.5 ਲੱਖ ਦੀ। ਅਗਰ 2.5 ਲੱਖ ਦੀ ਨਿਕਲ ਗਈ ਠੀਕ ਹੈ। ਸੈਕਿੰਡ ਪੁਆਇੰਟ ਮੈਨੂੰ ਉਹ ਕਹਿੰਦਾ ਕਿ ਕੈਪੀਟਲ EMPLOYED ਹੈਗੀ ਹੈ 1.5 ਲੱਖ ਦੀ, ਤਾਂ ਥਰਡ ਪੁਆਇੰਟ ਨਿਕਲ ਜੂਗਾ। ਥਰਡ ਪੁਆਇੰਟ ਕੀ ਹੁੰਦਾ ਗੁੱਡਵਿਲ ਕੱਢਣ ਦਾ। ਗੁੱਡਵਿਲ ਦਾ ਫਾਰਮੂਲਾ ਕੀ ਹੁੰਦਾ ਇਹਦੇ ਵਿੱਚ ਕੱਢਣ ਦਾ ਫਸਟ ਮਾਈਨਸ ਸੈਕਿੰਡ। ਜੋ ਫਸਟ ਹੈ ਤੁਹਾਡੇ ਵਾਸਤੇ ਕਿੰਨੇ ਦਾ 2.5 ਲੱਖ ਦਾ। ਠੀਕ ਹੈ। ਔਰ ਸੈਕਿੰਡ ਜਿਹੜੀ ਕੈਪੀਟਲ EMPLOYED ਹੈ ਤੁਹਾਡੇ ਕਿੰਨੇ ਦੀ ਆ ਉਹ 1.5 ਲੱਖ ਦੀ। ਮਾਈਨਸ ਕਰਕੇ ਸਾਨੂੰ ਗੁੱਡਵਿਲ ਦਾ ਪਤਾ ਲੱਗ ਜਾਊ ਗੁੱਡਵਿਲ ਕਿੰਨੇ ਦੀ ਬਣ ਜੂਗੀ ਤੁਹਾਡੀ ਆਪਣੀ 1 ਲੱਖ ਦੀ। ਕਿੰਨੇ ਦੀ ਬਣ ਜੂਗੀ ਤੁਹਾਡੀ ਆਪਣੀ 1 ਲੱਖ ਦੀ। ਉਹੀ ਸਾਡਾ ਆਨਸਰ ਸੀ। ਇਹਦੇ ਸੋਲਵ ਕਰ ਪਤਾ ਲੱਗੂ ਜਦੋਂ ਆਪਾਂ ਨੂਮੈਰੀਕਲ ਬੇਸ ਤੇ ਜਾਵਾਂਗੇ। ਠੀਕ ਹੈ ਜੀ। ਨੈਕਸਟ ਆਓ ਕੁਐਸਚਨ ਨੰਬਰ 41। ਅਗਰ ਫਿਰ ਵੀ ਕੋਈ ਪ੍ਰੋਬਲਮ ਹੋ ਰਹੀ ਕਿਸੇ ਨੂੰ ਸਮਝਣ ਦੇ ਵਿੱਚ ਤਾਂ ਉਹ ਗਰੁੱਪ ਜੁਆਇਨ ਕਰ ਸਕਦਾ ਜੋ ਫ੍ਰੀ ਗਰੁੱਪ ਹੈ ਤੁਹਾਡਾ ਆਪਣਾ WhatsApp ਦੇ ਉੱਤੇ। ਉਹਦੇ ਵਿੱਚ ਕੋਈ ਵੀ ਅਗਰ ਡਾਊਟ ਹੈ ਤਾਂ ਪੁੱਛ ਸਕਦੇ ਆ। ਅਗਰ ਫਿਰ ਵੀ ਕੋਈ ਬੱਚਾ ਡਾਊਟ ਤੋਂ ਨਹੀਂ ਮਤਲਬ ਡਾਊਟ ਫਿਰ ਵੀ ਹੈ ਦੂਰ ਨਹੀਂ ਹੋ ਰਿਹਾ ਤਾਂ ਇਸ ਨੰਬਰ ਤੋਂ ਕੰਟੈਕਟ ਵੀ ਕਰ ਸਕਦਾ। ਠੀਕ ਹੈ। ਕੰਟੈਕਟ ਕਰਨ ਦਾ ਟਾਈਮ ਹੈ 9 to 5 ਦਾ। ਜਦੋਂ ਮਰਜ਼ੀ ਤੁਸੀਂ ਆਪਣਾ 9 to 5 ਕਦੋਂ ਮਰਜ਼ੀ ਆਪਣਾ ਕੰਟੈਕਟ ਕਰ ਸਕਦੇ ਹੋ। ਠੀਕ ਹੈ। ਕੁਐਸਚਨ ਨੰਬਰ 41। ਕੁਐਸਚਨ ਨੰਬਰ 41 'ਚ ਕਹਿੰਦਾ ਕੀ ਹੈ ਔਨ ਦਾ ਡੈਸੋਲੂਸ਼ਨ ਆਫ ਦੀ ਫਰਮ। ਕੰਪਨੀ ਤੋਂ ਡੈਸੋਲੂਟ ਹੋ ਜਾਂਦੀ ਹੈ ਲੋਨ ਫਰਮ ਦਾ ਵਾਈਫ ਆਫ ਦੀ ਪਾਰਟਨਰ। ਅਗਰ ਕਿਸੇ ਪਾਰਟਨਰ ਨੇ ਆਪਣੀ ਵਾਈਫ ਤੋਂ ਲੋਨ ਲਿੱਤਾ ਹੋਇਆ ਤਾਂ ਕੀ ਟ੍ਰੀਟ ਕਰਾਂਗੇ ਕਿਉਂਕਿ ਵਾਈਫ ਜਿਹੜੀ ਹੈਗੀ ਆ ਉਹ ਤੁਹਾਡੀ ਕੰਪਨੀ ਦਾ ਪਾਰਟ ਨਹੀਂ ਹੈ, ਫਰਮ ਦਾ ਪਾਰਟ ਨਹੀਂ ਹੈ, ਤਾਂ ਸਾਡੇ ਵਾਸਤੇ ਕੀ ਹੋਊਗੀ ਆਊਟਸਾਈਡ ਲਾਇਬਿਲਿਟੀ ਹੋਏਗੀ। ਅਗਲਾ ਕੁਐਸਚਨ ਲਾਸਟ ਕੁਐਸਚਨ ਹੈ ਜੋ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਇਨ ਦਾ ਕੇਸ ਆਫ ਇੰਸੋਲਵੇਂਸੀ ਆਫ ਦੀ ਪਾਰਟਨਰ। ਅਗਰ ਕਿਸੇ ਪਾਰਟਨਰ ਦੀ ਇੰਸੋਲਵੇਂਸੀ ਹੋ ਜਾਂਦੀ ਹੈ ਠੀਕ ਹੈ ਔਰ ਐਨੀ ਬੈਲੈਂਸ ਆਫ ਦੀ ਰਿਜ਼ਰਵ ਫੰਡ। ਅਗਰ ਕਿਸੇ ਪ੍ਰੋਫਿਟ ਲੋਸ ਅਕਾਊਂਟ ਦੇ ਵਿੱਚ ਜਾਂ ਰਿਜ਼ਰਵ ਫੰਡ ਦੇ ਵਿੱਚ ਕੋਈ ਵੀ ਬੈਲੈਂਸ ਪੇ ਹੈ ਤਾਂ ਪ੍ਰੋਫਿਟ ਸ਼ੇਅਰਿੰਗ ਰੇਸ਼ੀਓ ਦੇ ਵਿੱਚ ਡਿਸਟ੍ਰੀਬਿਊਟ ਕੀਤਾ ਜਾਊਗਾ। ਮੇਰੇ ਆਨਸਰ ਆਲਰੇਡੀ ਬੋਲਤਾ ਇਕੁਅਲੀ ਨਹੀਂ ਯੂਜ਼ ਹੁੰਦਾ। ਇਹ ਕਿਵੇਂ ਯੂਜ਼ ਹੋਊਗਾ ਪ੍ਰੋਫਿਟ ਸ਼ੇਅਰਿੰਗ ਰੇਸ਼ੀਓ ਦੇ ਵਿੱਚ ਯੂਜ਼ ਕੀਤਾ ਜਾਊਗਾ। ਠੀਕ ਹੈ ਜੀ। ਕਲੀਅਰ ਹੈ। ਇਹ ਸੀ ਤੁਹਾਡੇ ਆਪਣੇ MCQs ਜੋ ਪਾਰਟਨਰਸ਼ਿਪ ਦੇ ਬੇਸ ਤੇ ਸੀ।
अगला जो थोड़ी अपनी वीडियो होएगी वो थोड़ी होएगी फंड फ्लो और कैश फ्लो सिस्टम के अकॉर्डिंग, मतलब कि सारा पार्ट होगा थोड़े अपने मैनेजमेंट अकाउंटिंग का पार्ट होगा। ध्यान रखियो फाइनेंशियल अकाउंटिंग के अकॉर्डिंग टॉपिक जो है वो कंप्लीट हो चुके हैं। अगला जो टॉपिक है सिलेबस के अकॉर्डिंग थोड़े वास्ते की है मैनेजमेंट अकाउंटिंग का वीडियो होएगा। ठीक है, अगर फिर भी कोई डाउट हो रहा है तो बार बार कह रहे हैं उस नंबर पर तुम अपने आप को कोई भी डाउट की कर सकते हो, क्लीयर कर सकते हो। इस डिस्क्रिप्शन बॉक्स के नीचे ਤੁਹਾਨੂੰ ਲਿੰਕ ਵੀ ਮਿਲ ਜਾਏਗਾ WhatsApp ਦਾ, ਉਸ WhatsApp ਲਿੰਕ ਨੂੰ ਵੀ ਤੁਸੀਂ ਕੀ ਕਰ ਸਕਦੇ ਹੋ, ਜੁਆਇਨ ਕਰ ਸਕਦੇ ਹੋ। ਥੈਂਕ ਯੂ।